परम सन्मान जोग जुगो जुग अटल तख्त चबर दे मालक गरीब नवाज सतगुरु धन धन साहिब श्री गुरु ग्रंथ साहिब जी महाराज जी दी पावन पवित्र हजूरी अंदर सुभाएमान सतसंगी जनों गुरु बख्शी फतेह बुलाओ आखो जी वाहिगुरु जी का खालसा वाहिगुरु जी की फतेह। धन गुरु नानक साहब सच्चे पातशाह महाराज जी के जीवन नूं विचारदियां कल रोज आपां बाचे है गुरु साहब जी के प्रकाश तो पहलां दा की हाल सी। ना उदों राजसी दशा ना उदों धार्मिक दशा समाजिक दशा ना आर्थिक दशा इन्हां विचों एक भी नहीं जिहदा हाल ठीक होवे। भाई गुरदास जी दे बोल फिर दोहरावां सुनी पुकार दातार प्रभ गुरु नानक जग माहे पठाया। धरती कुरला उठी इउं मानो परमेश्वर अगे पुकार की फिर गुरु नानक साहब का प्रकाश होना है। थोड़ा हुण इधर भी ध्यान दिओ। अमृतसर साहब जिले के अंदर तरन तारण तहसील के अंदर एक पिंड पैंदा जिसका नाम पट्ठे बिंड है। अजकल जिन्हों डेरा साहब आखते हैं। इस पट्ठे बिंड के अंदर एक बेदियां का परिवार रहिंदा है जिहदे बजुर्ग का नाम है राम नारायण बेदी। अगां राम नारायण बेदी के घर पुत्र है जिहड़ा उहदा नाम है शिव राम बेदी। शिव राम बेदी का विआह माता बनारसी नाल हुंदा है। इन्हां दे घर एक दो पुत्रां का जन्म हुंदा है, एक मेहता कालू जी एक भाई लालू जी। मेहता कालू जी गुरु नानक साहब के पिता ने। फिर थोड़ा ध्यान दिओ गुरु नानक साहब जी का पड़दादा है उहदा नाम राम नारायण बेदी है। गुरु नानक साहब जी के दादा जी का नाम शिव राम बेदी है। दादी का नाम माता बनारसी है। इन्हां दे घर माता बनारसी जी कुखों दो पुत्रां का जन्म होया है, मेहता कालू जी ते भाई लालू जी। पिछोकड़ इन्हां दा पट्ठे बिंड विच ही है, पर मेहता कालू जी बहुत हुशियार सन, पढ़े लिखे सन। समय दे नाल मेहता कालू जी पट्ठे बिंड तो चल के राय भोई की तलवंडी है जिहड़ी इत्थे अपना टिकाना करते हैं। इत्थे आके अपना टिकाना करते हैं, वसू हुंदी है। मेहता कालू जी का हुण विआह माता तृप्ता जी दे नाल हुंदा है। थोड़ा इधर भी ध्यान दिओ। लाहौर दे लागे एक पिंड पैंदा, पिंड चाहल। चाहल पिंड विच एक बड़ी भावना वाला परिवार है। भाई रामा उहदे घरों बीबी सुबराई। इन्हां दे घर
ਦੋ ਧੀਆਂ ਤੇ ਇੱਕ ਪੁੱਤ ਦਾ ਜਨਮ ਹੁੰਦਾ ਹੈ। ਵੱਡੀ ਜਿਹੜੀ ਧੀ ਹੈ ਉਹਦਾ ਨਾਮ ਤ੍ਰਿਪਤਾ ਹੈ, ਇੱਕ ਦਾ ਨਾਮ ਬੀਬੀ ਲੱਖੋ ਹੈ, ਤੇ ਇੱਕ ਇਹਨਾਂ ਦਾ ਭਰਾ ਜਿਹਦਾ ਨਾਮ ਭਾਈ ਕ੍ਰਿਸ਼ਨ ਹੈ। ਥੋੜ੍ਹਾ ਜਿਹਾ ਤੁਸੀਂ ਫਿਰ ਇਸ ਵੱਲ ਧਿਆਨ ਦਿਓ। ਮੈਂ ਤਾਂ ਇਹ ਬੇਨਤੀ ਕਈ ਵਾਰੀ ਦੁਹਰਾ ਦਿੰਦਾ ਕਿ ਸਾਨੂੰ ਚੇਤਾ ਰਹੇ, ਧਿਆਨ ਵਿੱਚ ਰਹੇ। ਲਾਹੌਰ ਦੇ ਲਾਗੇ ਇੱਕ ਪਿੰਡ ਚਾਹਲ ਹੈ, ਇੱਥੇ ਭਾਈ ਰਾਮਾ ਜੀ ਤੇ ਇਹਨਾਂ ਦੇ ਘਰੋਂ ਬੀਬੀ ਸੁਬਰਾਈ ਹੈ। ਇਹਨਾਂ ਦੇ ਘਰ 3 ਬੱਚਿਆਂ ਦਾ ਜਨਮ ਹੁੰਦਾ ਹੈ, ਜਿਹਦੇ ਵਿੱਚੋਂ ਇੱਕ ਧੀ ਬੀਬੀ ਲੱਖੋ ਹੈ, ਦੂਜੀ ਬੀਬੀ ਤ੍ਰਿਪਤਾ ਜੀ ਹੈ, ਇੱਕ ਇਹਨਾਂ ਦਾ ਭਰਾ ਉਹ ਭਾਈ ਕ੍ਰਿਸ਼ਨਾ ਜੀ ਹੈ। ਹੁਣ ਮਹਿਤਾ ਕਾਲੂ ਜੀ ਪੱਛੇ ਬਿੰਡ ਤੋਂ ਰਾਏ ਭੋਏ ਦੀ ਤਲਵੰਡੀ ਰਹਿਣ ਲੱਗ ਪਏ। ਸਮੇਂ ਦੇ ਨਾਲ ਜਦੋਂ ਭਰ ਜਵਾਨੀ ਦਾ ਸਮਾਂ ਆਇਆ, ਇਹਨਾਂ ਦੇ ਪਿਤਾ ਸ਼ਿਵ ਰਾਮ ਬੇਦੀ ਨੇ ਵਰ ਲੱਭਿਆ ਤੇ ਇਧਰ ਭਾਈ ਰਾਮਾ ਜੀ ਨੇ ਵਰ ਲੱਭਿਆ। ਆਖਰ ਮਹਿਤਾ ਕਾਲੂ ਜੀ ਦਾ ਜਿਹੜਾ ਵਿਆਹ ਉਹ ਮਾਤਾ ਤ੍ਰਿਪਤਾ ਜੀ ਨਾਲ ਹੋ ਗਿਆ। ਮਾਤਾ ਤ੍ਰਿਪਤਾ ਜੀ ਨਾਲ ਜਦੋਂ ਵਿਆਹ ਹੋਇਆ, ਰੱਬ ਦੀ ਬਖਸ਼ਿਸ਼ ਵਰਤੀ ਸਮਾਂ ਪਾ ਕੇ ਬੇਬੇ ਨਾਨਕੀ ਦਾ ਜਨਮ ਹੁੰਦਾ ਹੈ। ਥੋੜਾ ਧਿਆਨ ਦਿਓ, ਉਦੋਂ ਵਕਤ ਸੀ, ਅੱਜ ਵੀ ਖੈਰ ਹੈ, ਕਿ ਅਕਸਰ ਜਦੋਂ ਬੱਚੇ ਦਾ ਜਨਮ ਹੋਣਾ ਸੀ ਤੇ ਕਈ ਵਾਰ ਮਾਂ ਬਾਪ ਆਪਣੀ ਧੀ ਨੂੰ ਸਹੁਰੇ ਘਰ ਵਿੱਚੋਂ ਪੇਕੇ ਕਰ ਲੈ ਜਾਂਦੇ ਸਨ। ਇਵੇਂ ਮਾਤਾ ਤ੍ਰਿਪਤਾ ਜੀ ਨੂੰ ਭਾਈ ਰਾਮਾ ਜੀ, ਮਾਤਾ ਸੁਬਰਾਈ ਜੀ ਸਮਾਂ ਨੇੜੇ ਜਾਣ ਕੇ ਤੇ ਚਾਹਲ ਪਿੰਡ ਲੈ ਗਏ। ਚਾਹਲ ਪਿੰਡ ਦੀ ਧਰਤੀ ਤੇ ਤੁਸੀਂ ਚੇਤਾ ਰੱਖਿਓ 1664 ਈਸਵੀ ਨੂੰ 1464 ਈਸਵੀ ਨੂੰ 1464 ਈਸਵੀ ਨੂੰ ਇੱਕ ਧੀ ਦਾ ਜਨਮ ਹੁੰਦਾ, ਜਿਹਦਾ ਨਾਨਕੇ ਜਨਮ ਹੋਣ ਦੇ ਕਾਰਨ ਨਾਨਕਿਆਂ ਨੇ ਬੜੇ ਲਾੜ ਦੇ ਨਾਲ, ਬੜੇ ਪਿਆਰ ਦੇ ਨਾਲ ਉਹਦਾ ਨਾਮ ਨਾਨਕੀ ਰੱਖਿਆ ਸੀ। ਪਹਿਲਾ ਨਾਮ ਅਜਿਹੀ ਹੁੰਦੇ ਸਨ। ਫਿਰ ਮਾਤਾ ਤ੍ਰਿਪਤਾ ਦੀ ਪਰਤ ਕੇ ਰਾਏ ਭੋਏ ਦੀ ਤਲਵੰਡੀ ਆਏ। ਫਿਰ ਉਸੇ ਤਰ੍ਹਾਂ ਮਹਿਤਾ ਕਾਲੂ ਜੀ ਪਟਵਾਰੀ ਦੀ ਨੌਕਰੀ ਕਰਦੇ ਹੈ ਤੇ ਆਪਣਾ ਕਾਰ ਵਿਹਾਰ ਕਰੀ ਜਾ ਰਹੇ ਹੈ। ਤੇ ਆਮ ਕਰਕੇ ਸਮਾਜ ਦਾ ਸੁਭਾਅ ਹੈ ਕਿ ਸਮਾਜ ਪਰਿਵਾਰ ਨੂੰ ਪੂਰਾ ਵੇਖਣਾ ਚਾਹੁੰਦਾ ਹੈ। ਉਹਨਾਂ ਦੇ ਮਨ ਵਿੱਚ ਚਾਹਤ ਹੁੰਦੀ ਹੈ ਵੀ ਜੀ ਇੱਕ ਘਰ ਵਿੱਚ ਧੀ ਹੈ ਤੇ ਇੱਕ ਪੁੱਤ ਵੀ ਹੋਵੇ, ਜੇ ਪੁੱਤ ਹੈ ਤੇ ਇੱਕ ਧੀ ਵੀ ਹੋਵੇ। ਇਵੇਂ ਹੀ ਮਾਤਾ ਤ੍ਰਿਪਤਾ ਜੀ ਤੇ ਮਹਿਤਾ ਕਾਲੂ ਜੀ ਦੇ ਘਰ ਰਹਿਮਤ ਵਰਤੀ। 5 ਸਾਲਾਂ ਬਾਅਦ, ਇਹ ਗੱਲ ਧਿਆਨ ਵਿੱਚ ਰੱਖਿਓ, 1464 ਈਸਵੀ ਦੇ ਅੰਦਰ ਮਾਤਾ ਨਾਨਕੀ ਦਾ ਜਨਮ ਹੈ। ਪੂਰੇ 5 ਸਾਲਾਂ ਬਾਅਦ ਰੱਬੀ ਰਹਿਮਤ ਵਰਤੀ। ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲੱਗਿਆ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਣਾ ਹੈ। ਇੱਥੇ ਵੀ ਇੱਕ ਬੇਨਤੀ ਮੈਂ ਤੁਹਾਨੂੰ ਕਹਾਂ, ਜਦੋਂ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਗੱਲ ਚੱਲੇਗੀ, ਇਤਿਹਾਸ ਵਿੱਚ ਉਹ ਦਾਈ ਦਾ ਨਾਮ ਜ਼ਰੂਰ ਚੇਤਾ ਕੀਤਾ ਜਾਂਦਾ ਹੈ। ਦੌਲਤਾਂ ਦਾਈ ਬੜੀ ਪ੍ਰਸਿੱਧ ਦਾਈ ਹੈ, ਲੋਕਾਂ ਵਿੱਚ ਉਹਦਾ ਬੜਾ ਅਦਬ ਹੈ ਤੇ ਬੜੀ ਸੂਝਵਾਨ ਹੈ। ਇਹਨੇ ਵੀ ਮਹਿਤਾ ਕਾਲੂ ਜੀ ਦੇ ਘਰ ਕਦੀ ਕਦਾਈ ਫੇਰਾ ਪਾਉਣਾ ਤੇ ਅਕਸਰ ਦਾਈਆਂ ਆਉਂਦੀਆਂ ਸਨ ਘਰ ਵਿੱਚ
ਤੇ ਇਹਨੇ ਮਹਿਤਾ ਕਾਲੂ ਜੀ ਨੂੰ ਇੱਕ ਸ਼ਬਦ ਵਰਤਣਾ, ਕਹਿਣ ਲੱਗੀ ਮਹਿਤਾ ਰੱਬ ਤੇਰੇ ਘਰ ਵਿੱਚ ਭਾਗ ਲਾਏ ਤੇ ਤੂੰ ਮੇਰੀ ਖਜ਼ਾਨੇ ਨਾਲ ਝੋਲੀ ਭਰ ਦੇ। ਕਿਉਂਕਿ ਅਕਸਰ ਭਾਵੇਂ ਮੈਂ ਬੜੇ ਘਰਾਂ ਵਿੱਚ ਜਾਨੀ ਹੈ, ਪਰ ਜਦੋਂ ਦਾਈ ਦੀ ਵਾਰੀ ਆਉਂਦੀ ਹੈ ਤੇ ਉਦੋਂ ਸਾਰੇ ਆਪਣਾ ਹੱਥ ਘੁੱਟ ਲੈਂਦੇ ਹੈ। ਤੇਰੇ ਘਰ ਵਿੱਚ ਪਦਾਰਥਾਂ ਦੀ ਕਮੀ ਨਹੀਂ। ਤੇ ਮਹਿਤਾ ਕਾਲੂ ਜੀ ਨੇ ਵੀ ਸ਼ਬਦ ਵਰਤਿਆ, ਕਹਿਣ ਲੱਗੇ ਦਾਈ ਤੂੰ ਫਿਕਰ ਨਾ ਕਰ, ਉਹਦੀ ਰਹਿਮਤ ਵਰਤੇ, ਮੈਂ ਤੇਰੀ ਖਜ਼ਾਨੇ ਨਾਲ ਝੋਲੀ ਭਰ ਦਿਆਂਗਾ। ਇਹ ਪਹਿਲਾਂ ਹੀ ਵਾਰਤਾ ਹੁੰਦੀ ਸੀ। 1469 ਈਸਵੀ ਦਾ ਸਮਾਂ ਆਇਆ, ਅੰਮ੍ਰਿਤ ਵੇਲੇ। ਇਹ ਜ਼ਰੂਰ ਚੇਤਾ ਰੱਖਿਓ, ਅੰਮ੍ਰਿਤ ਵੇਲੇ ਦਾ ਵਕਤ ਹੈ। ਦੌਲਤਾਂ ਦਾਈ ਨੂੰ ਸੁਨੇਹਾ ਪਹੁੰਚ ਗਿਆ। ਅੰਮ੍ਰਿਤ ਵੇਲੇ ਦੇ ਵਕਤ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਭਾਈ ਗੁਰਦਾਸ ਜੀ ਦੇ ਬੋਲ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਤੇ ਤਾਰੇ ਛੁਪ ਜਾਂਦੇ ਹੈ, ਹਨੇਰਾ ਦੂਰ ਹੋ ਜਾਂਦਾ ਹੈ। ਇਤਿਹਾਸ ਵਿੱਚ ਬੇਅੰਤ ਵਿਦਵਾਨਾਂ ਇਹ ਬਚਨ ਲਿਖੇ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਅੰਮ੍ਰਿਤ ਵੇਲੇ, ਚਾਰ ਚੁਫੇਰੇ ਸ੍ਰਿਸ਼ਟੀ ਬੜੀ ਆਨੰਦਮਈ ਹੋ ਗਈ। ਇਉਂ ਮਾਨੋ ਸ੍ਰਿਸ਼ਟੀ ਦੇ ਜੀਵ ਪੰਛੀਆਂ ਤੱਕ ਵੀ ਖੁਸ਼ੀ ਦੇ ਗੀਤ ਗਾਉਣ ਲੱਗ ਪਏ। ਇੱਧਰ ਜਦੋਂ ਮਹਿਤਾ ਕਾਲੂ ਜੀ ਪਹਿਲਾਂ ਹੀ ਬਾਹਰ ਕਾਫੀ ਕੁਝ ਸਮਾਨ ਲੈ ਕੇ ਖਲੋਤੇ ਸਨ, ਵੀ ਅੰਦਰੋਂ ਸੁਨੇਹਾ ਆਏ। ਤੇ ਦੌਲਤਾਂ ਦਾਈ ਜਦੋਂ ਉਹਨੇ ਗੁਰੂ ਨਾਨਕ ਸਾਹਿਬ ਜੀ ਦਾ ਦੀਦਾਰ ਕੀਤਾ, ਉਹ ਵੀ ਤ੍ਰਿਪਤ ਹੋ ਗਈ ਸੀ ਅੰਦਰੋਂ। ਤੇ ਦੌਲਤਾਂ ਦਾਈ ਜਦੋਂ ਬਾਹਰ ਆਈ, ਸੁਨੇਹਾ ਮਿਲਿਆ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਤਾਂ ਉਸ ਵੇਲੇ ਮਹਿਤਾ ਕਾਲੂ ਜੀ ਨੇ ਦੌਲਤਾਂ ਦਾਈ ਨੂੰ ਸ਼ਬਦ ਵਰਤੇ, ਕਹਿਣ ਲੱਗੇ ਦੌਲਤਾਂ ਕਰ ਝੋਲੀ। ਜਿੰਨਾ ਸਮਾਂ ਤੂੰ ਜ਼ੁਬਾਨ ਤੋਂ ਬਸ ਨਹੀਂ ਕਹੇਂਗੀ ਵੀ ਪਦਾਰਥ ਬਹੁਤ ਨੇ, ਮੈਂ ਤੇਰੀ ਝੋਲੀ ਵਿੱਚ ਖਜ਼ਾਨਾ ਪਾਈ ਜਾਣਾ ਹੈ। ਪਰ ਦੌਲਤਾਂ ਦਾਈ ਦੇ ਨੇਤਰਾਂ ਵਿੱਚੋਂ ਬੈਰਾਗ ਦਾ ਨੀਰ ਸੀ। ਉਹਨੇ ਸ਼ਬਦ ਵਰਤੇ, ਕਹਿਣ ਲੱਗੇ ਮਹਿਤਾ ਕਾਲੂ ਮੈਂ ਰੱਜੀ, ਮੈਨੂੰ ਤੇਰੇ ਪਦਾਰਥ ਦੀ ਲੋੜ ਨਹੀਂ ਹੈ। ਮਹਿਤਾ ਕਾਲੂ ਨੇ ਆਖਿਆ ਵੀ ਮੈਂ ਤੇ ਤੂੰ ਨਾਰਾਜ਼ ਨਾ ਹੋ, ਜਿੰਨੇ ਤੈਨੂੰ ਮੰਗ ਹੋਏਗੀ ਤੈਨੂੰ ਪਦਾਰਥ ਮਿਲਣਗੇ। ਅੱਗੋਂ ਦੌਲਤਾਂ ਦਾਈ ਨੇ ਸ਼ਬਦ ਵਰਤਿਆ ਸੀ, ਇਤਿਹਾਸ ਵਿੱਚ ਉਕਰੇ ਹੋਏ ਬੋਲ ਨੇ, ਕਹਿਣ ਲੱਗੀ ਮੇਰੀ ਮਾਂ ਬਾਪ ਨੇ ਜਨਮ ਵੇਲੇ ਮੇਰਾ ਨਾਮ ਦੌਲਤਾਂ ਰੱਖਿਆ, ਪਰ ਮੈਂ ਦੌਲਤ ਵੇਖੀ ਨਹੀਂ ਸੀ। ਨਾਮ ਦੌਲਤ ਹੈ ਪਰ ਵੇਖੀ ਨਹੀਂ ਸੀ। ਇਹਨਾਂ ਹੱਥਾਂ ਵਿੱਚੋਂ ਬੇਅੰਤ ਪੁੱਤਰਾਂ ਧੀਆਂ ਨੇ ਜਨਮ ਲਿਆ, ਪਰ ਤੇਰੇ ਘਰ ਵਿੱਚ ਜਿਸ ਪੁੱਤਰ ਨੇ ਜਨਮ ਲਿਆ, ਸੱਚ ਜਾਣ ਹੁਣ ਮਹਿਤਾ ਕਾਲੂ ਮੈਨੂੰ ਬਾਹਰੀ ਪਦਾਰਥਾਂ ਦੀ ਲੋੜ ਨਹੀਂ, ਮੈਂ ਅੰਦਰੋਂ ਦੌਲਤਾਂ ਖਜ਼ਾਨੇ ਨਾਲ ਭਰ ਗਈ ਹੈ, ਹੁਣ ਤੇਰੇ ਪਦਾਰਥ ਦੀ ਲੋੜ ਨਹੀਂ ਹੈ। ਇਤਿਹਾਸ ਦੇ ਪੰਨਿਆਂ ਵਿੱਚ ਇਹ ਉਕਰਿਆ ਹੋਇਆ ਹੈ ਕਿ ਸਭ ਤੋਂ ਪਹਿਲਾਂ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਮਾਨਣ ਵਾਲੀ ਹੈ, ਉਹ ਦੌਲਤਾਂ ਦਾਈ ਹੈ। ਮਾਤ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲੱਗਿਆ, ਉਹ ਤੇ ਤ੍ਰਿਪਤ ਹੋਣੀ ਸੀ, ਤ੍ਰਿਪਤ ਹੋ ਗਈ, ਬੇਅੰਤ ਖੁਸ਼ੀ ਮਨਾਈ ਗਈ। ਤਲਵੰਡੀ ਦੇ ਲੋਕ ਸਤਿਗੁਰੂ ਦੇ ਦਰਸ਼ਨਾਂ ਨੂੰ ਆਏ। ਜਦੋਂ ਇਹ ਗੱਲ ਦੌਲਤਾਂ ਦਾਈ ਵਾਲੀ ਥਾਂ ਪਰ ਥਾਂ ਫੈਲੀ ਕਿ ਮਹਿਤਾ ਕਾਲੂ ਖਜ਼ਾਨਾ ਲੈ ਕੇ ਖਲੋਤਾ ਸੀ, ਪਰ ਦੌਲਤਾਂ ਦਾਈ ਦਾ ਹਿਰਦਾ ਗੁਰੂ ਦੇ ਦੀਦਾਰ ਨਾਲ ਭਰ ਗਿਆ। ਤਲਵੰਡੀ ਦੇ ਬੇਅੰਤ ਲੋਕ ਸਤਿਗੁਰੂ ਦੇ ਬਚਪਨ ਵਿੱਚ ਦਰਸ਼ਨਾਂ ਨੂੰ ਆਏ। ਸਮਾਂ ਲੰਘਦਾ ਗਿਆ,
ਇੱਕ ਇੱਕ ਗੱਲ ਦਾ ਤੁਸੀਂ ਕਦੀ ਜਨਮ ਸਾਖੀ ਪੜ੍ਹ ਕੇ ਵੇਖੋ ਨਾ, ਜਨਮ ਸਾਖੀ ਉਹਦੇ ਵਿੱਚ ਇੱਕ ਇੱਕ ਨਿੱਕੀ ਨਿੱਕੀ ਗੱਲ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਕਿ ਸਤਿਗੁਰੂ ਬਚਪਨ ਅਵਸਥਾ ਦੇ ਅੰਦਰ ਜਦੋਂ 1 ਸਾਲ ਦੇ ਕਰੀਬ ਹੋਣ ਲੱਗੇ ਤੇ ਨੇਤਰ ਮੂੰਦ ਕੇ ਚੌਂਕੜਾ ਮਾਰ ਕੇ ਬੈਠ ਕੇ ਰੱਬੀ ਇਬਾਦਤ ਵਿੱਚ ਜੁੜਨ ਲੱਗ ਪਏ ਸਨ। ਉਹਦੇ ਵਿੱਚ ਜ਼ਿਕਰ ਹੁੰਦਾ ਹੈ, ਥੋੜ੍ਹੀ ਅਰਬਲਾ ਹੋਰ ਹੋਈ, ਵੀਰ ਆਸਣ ਲਾ ਕੇ ਬਹਿੰਦੇ, ਇਵੇਂ ਥੋੜ੍ਹੀ ਅਰਬਲਾ ਹੋਰ ਹੋਈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਈ ਘੰਟੇ ਇਕਾਂਤ ਵਿੱਚ ਬੈਠ ਕੇ ਰੱਬੀ ਸਿਮਰਨ ਵਿੱਚ ਜੁੜਦੇ ਸਨ। ਤੁਹਾਨੂੰ ਪਤਾ ਹੋਵੇਗਾ ਵੀ ਸਤਿਗੁਰੂ ਦੀ ਬਚਪਨ ਵਿੱਚ ਇਹੋ ਜਿਹੀ ਅਵਸਥਾ ਰਹੀ ਕਿ ਕਈ ਵਾਰ ਘਰ ਦੇ ਭਾਂਡੇ ਆਦਿਕ ਜਾਂ ਘਰ ਦੇ ਪਦਾਰਥ ਆਦਿਕ ਲੋੜਵੰਦਾਂ ਵਿੱਚ ਵਰਤਾ ਹੁੰਦੇ ਸਨ। ਤੇ ਜਿਹੜੇ ਪੰਡਤ ਹਰਦਿਆਲ ਜੀ ਸਨ, ਕਿਉਂਕਿ ਬੇਦੀਆਂ ਦੇ ਪਰਿਵਾਰ ਵਿੱਚ ਪੰਡਤਾਂ ਦੀ ਮਹਾਨਤਾ ਸੀ, ਉਹਨੇ ਜਨਮ ਸਾਰ ਇੱਕ ਬਚਨ ਆਖੇ ਸਨ। ਕਹਿਣ ਲੱਗੇ, ਮਹਿਤਾ ਕਾਲੂ, ਇਹ ਜਿਹੜਾ ਤੇਰਾ ਪੁੱਤਰ ਹੈ ਇਹ ਆਮ ਬੱਚਿਆਂ ਵਾਂਗ ਨਹੀਂ ਹੈ, ਇਹਦੇ ਸਿਰ ਤੇ ਛਤਰ ਝੁੱਲੇਗਾ, ਇਹਨੂੰ ਕਾਇਨਾਤ ਨਮਸਕਾਰ ਕਰੇਗੀ, ਅਜਿਹੇ ਬੋਲ ਵਰਤੇ ਹੋਏ ਸਨ। ਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਚਪਨ ਦੇ ਅੰਦਰ ਘਰ ਦੇ ਭਾਂਡੇ, ਘਰ ਦੇ ਪਦਾਰਥ, ਕੀਮਤੀ ਕੱਪੜਾ ਕਈ ਵਾਰੀ ਬਾਹਰ ਲੋੜਵੰਦਾਂ ਵਿੱਚ ਵਰਤਾ ਹੁੰਦੇ ਸਨ, ਮਹਿਤਾ ਕਾਲੂ ਸੰਸਾਰੀ ਬਿਰਤੀ ਦਾ ਮਾਲਕ ਸੀ। ਉਹ ਬੜੇ ਇਸ ਤਰ੍ਹਾਂ ਪਰੇਸ਼ਾਨ ਹੁੰਦੇ ਸਨ ਕਿ ਇਹ ਘਰ ਲੁਟਾਈ ਜਾ ਰਿਹਾ ਹੈ, ਗੁਰੂ ਨਾਨਕ ਸਾਹਿਬ ਘਰ ਲੁਟਾਈ ਜਾ ਰਿਹਾ ਹੈ। 7 ਸਾਲ ਦੀ ਉਮਰ ਹੋਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ। ਮਹਿਤਾ ਕਾਲੂ ਖੁਦ ਪੜ੍ਹਿਆ ਲਿਖਿਆ ਸੀ। ਉਹਦੇ ਮਨ ਵਿੱਚ ਖਿਆਲ ਆਇਆ, ਕਿਉਂ ਨਾ ਮੈਂ ਆਪਣੇ ਪੁੱਤਰ ਨੂੰ ਵਿਦਿਆ ਦੇ ਅੱਖਰ ਸਿਖਾਵਾਂ, ਇਹਨੂੰ ਪੜ੍ਹਾਈ ਵਾਲੇ ਪਾਸੇ ਲਾਵਾਂ, ਤੇ ਸ਼ਾਇਦ ਜਿਵੇਂ ਇਹ ਕਈ ਸਮਾਂ ਇਕਾਂਤ ਵਿੱਚ ਬੈਠ ਕੇ ਗੁਜ਼ਾਰਦਾ ਹੈ ਤੇ ਦੁਨਿਆਵੀ ਤੌਰ ਤੇ ਇਹਨੂੰ ਜਦੋਂ ਵਿਦਿਆ ਆਏਗੀ, ਪੜ੍ਹਾਈ ਆਏਗੀ, ਇਹਦੀ ਲਗਨ ਇੱਧਰ ਲੱਗ ਗਈ ਤੇ ਕੋਈ ਅਗਾਂਹ ਜਾ ਕੇ ਨੌਕਰੀ ਚਾਕਰੀ ਕਰੇਗਾ। ਵਿਦਿਆ ਪੜ੍ਹਾਉਣ ਦੀ ਮਨ ਭਾਵਨਾ ਵਿੱਚ ਲੈ ਕੇ ਮਹਿਤਾ ਕਾਲੂ ਜੀ 7 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਗੋਪਾਲ ਨਾਮ ਦਾ ਇੱਕ ਪੰਧ ਹੈ, ਉਹਦੇ ਕੋਲ ਲੈ ਕੇ ਜਾਂਦਾ ਹੈ। ਗੋਪਾਲ ਪੰਧ ਦਾ ਬੜਾ ਪ੍ਰਸੰਨ ਹੋਇਆ ਕਿ ਮਹਿਤਾ ਕਾਲੂ ਜੀ ਦਾ ਸੁਪੁੱਤਰ ਮੇਰੇ ਕੋਲ ਪੜ੍ਹਨ ਪਾਇਆ ਗਿਆ ਹੈ। ਮਹਿਤਾ ਕਾਲੂ ਜੀ ਨੇ ਸ਼ਬਦ ਵਰਤੇ ਵੀ ਇਹਨੂੰ ਚੰਗੀ ਤਰ੍ਹਾਂ ਜਿਹੜੀ ਹਿਸਾਬ ਹੈ, ਉਸ ਵੇਲੇ ਦੀ ਵਿਦਿਆ ਹੈ, ਇਹਨੂੰ ਚੰਗੀ ਤਰ੍ਹਾਂ ਪੜ੍ਹਾ ਦਿਓ। ਤੇ ਪਾਂਧੇ ਨੇ ਵੀ ਵਿਸ਼ਵਾਸ ਦਿਵਾਇਆ, ਗੋਪਾਲ ਪਾਂਧੇ ਨੇ ਵੀ ਤੂੰ ਮਹਿਤਾ ਕਾਲੂ ਚਿੰਤਾ ਨਾ ਕਰ, ਮੈਂ ਬਹੁਤਾ ਜ਼ੋਰ ਦੇ ਕੇ ਗੁਰੂ ਨਾਨਕ ਸਾਹਿਬ ਨੂੰ ਪੜ੍ਹਾਵਾਂਗਾ। ਹੁਣ ਮਹਿਤਾ ਕਾਲੂ ਜੀ ਛੱਡ ਕੇ ਚਲੇ ਗਏ ਤੇ ਪਾਂਧਾ ਹਿਸਾਬ ਪੜ੍ਹਾਉਂਦਾ, ਜਿਹਨੂੰ ਆਪਾਂ ਅੱਜ ਕੱਲ੍ਹ ਮੈਥ ਜਾਂ ਗਣਿਤ ਸ਼ਬਦ ਵਰਤਨੇ ਹੈ। ਜਦੋਂ ਉਹ ਹਿਸਾਬ ਪੜ੍ਹਾਉਂਦਾ ਹੈ, ਉਹਦੇ ਪੜ੍ਹਾਏ ਹੋਏ ਅੱਖਰ ਤੇ ਹਜ਼ੂਰ ਨੇ 2-4 ਦਿਨਾਂ ਦੇ ਅੰਦਰ ਹੀ ਸਿੱਖ ਲਏ। ਤੇ ਇਤਿਹਾਸ ਵਿੱਚ ਜ਼ਿਕਰ ਹੁੰਦਾ ਵੀ ਇੱਕ ਦਿਨ ਸਤਿਗੁਰੂ ਵੱਖਰੀ ਫੱਟੀ ਲੈ ਕੇ ਆਮ ਕਲਾਸ ਦੇ ਵਿਦਿਆਰਥੀਆਂ ਨਾਲੋਂ ਵੱਖਰੇ ਬੈਠੇ ਹੈ ਤੇ ਗੋਪਾਲ ਪਾਂਧੇ ਨੇ ਸ਼ਬਦ ਵਰਤਿਆ, ਕਹਿਣ ਲੱਗਿਆ ਵੀ ਨਾਨਕ ਤੂੰ ਅੱਜ ਅੱਖਰ ਨਹੀਂ ਪਾ ਰਿਹਾ ਫੱਟੀ ਲੈ ਕੇ, ਤੇ ਕੀ ਲਿਖੀ ਜਾ ਰਿਹਾ ਹੈ। ਵੱਖਰਾ ਬੈਠ ਕੇ ਗੁਰੂ ਨਾਨਕ ਸਾਹਿਬ ਨੇ 7 ਸਾਲ ਦੀ ਉਮਰ ਵਿੱਚ ਗੋਪਾਲ ਪਾਂਧੇ ਨੂੰ ਸ਼ਬਦ ਵਰਤਿਆ ਸੀ। ਕਹਿਣ ਲੱਗੇ, ਪਾਂਧਾ ਜੀ ਤੁਸੀਂ ਬਹੁਤ ਸਮੇਂ ਤੋਂ ਲੇਖਾ ਪੜ੍ਹਾ ਰਹੇ ਹੋ। ਲੇਖਾ ਹਿਸਾਬ ਨੂੰ ਕਿਹਾ ਜਾਂਦਾ ਸੀ, ਇਹਦਾ ਕੀ ਲਾਹਾ ਮਿਲਦਾ ਹੈ। ਗੋਪਾਲ ਪਾਂਧੇ ਨੇ ਸ਼ਬਦ ਵਰਤਿਆ, ਇਹਦੇ ਨਾਲ ਤੁਹਾਨੂੰ ਜੋੜ ਤੋੜ ਆਏਗਾ, ਤੁਹਾਨੂੰ ਜ਼ਿੰਦਗੀ ਜਿਉਣ ਦੀ ਜਾਚ ਆਏਗੀ। ਉਹਨੇ ਕਈ ਸ਼ਬਦ ਵਰਤੇ।
ਸਾਹਿਬ ਨੇ ਇੱਕ ਬਚਨ ਵਰਤਿਆ, ਕਹਿਣ ਲੱਗੇ ਤੇਰੇ ਪੜ੍ਹਾਏ ਹੋਏ ਲੇਖੇ ਦੇ ਨਾਲ, ਤੇਰੇ ਪੜ੍ਹਾਏ ਹੋਏ ਹਿਸਾਬ ਦੇ ਨਾਲ ਰੱਬ ਦੇ ਘਰ ਵਿੱਚ ਲੇਖਾ ਮੁੱਕ ਜੇਗਾ। ਸ਼ਬਦ ਇਹ ਵਰਤਿਆ, ਪਰਮਾਤਮਾ ਦੇ ਘਰ ਲੇਖਾ ਨਿਬੜ ਜਾਏਗਾ। ਹੁਣ ਪਾਂਧੇ ਨੂੰ ਇਸ ਗੱਲ ਦੀ ਗਿਆਤ ਨਹੀਂ ਸੀ। ਉਹਨੇ ਆਖਿਆ ਨਾਨਕ ਮੈਨੂੰ ਇਹੋ ਜਿਹੀ ਵਾਰਤਾ ਨਹੀਂ ਪਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਪਾਂਧੇ ਨੂੰ ਉਪਦੇਸ਼ ਦਿੱਤਾ। ਕਹਿਣ ਲੱਗੇ ਪਾਂਧਾ ਜੀ, ਇਹ ਤੇਰੇ 4 ਅੱਖਰ ਦੁਨੀਆ ਤੱਕ ਸੀਮਤ ਨੇ, ਠੀਕ ਨੇ, ਪਰ ਜੇ ਰੱਬ ਦੇ ਘਰ ਲੇਖਾ ਮੁਕਾਉਣਾ, ਉੱਥੇ ਸੁਰਖਰੂ ਹੋਣਾ, ਫਿਰ ਆਸ ਅੱਖਰ ਆਪਣੀ ਜ਼ਿੰਦਗੀ ਅੰਦਰ ਇਹਨਾਂ ਅੱਖਰਾਂ ਨੂੰ ਧਾਰਨ ਕਰ ਲੈ। ਉੱਥੇ ਇੱਕ ਸ਼ਬਦ ਉਚਾਰਨ ਕੀਤਾ ਮਹਾਰਾਜ ਨੇ। ਉਹ ਸ਼ਬਦ ਸੀ, ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾ ਲਿਖ, ਲਿਖ ਅੰਤ ਨ ਪਾਰਾ ਬਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸ਼ਾਨ। ਇਹਦੇ ਅਰਥ ਕੀ ਨੇ? ਇਹਦੇ ਅਰਥ ਨੇ, ਸਾਹਿਬ ਕਹਿਣ ਲੱਗੇ ਜਾਲ ਮੋਹ, ਆ ਜਿਹੜੀ ਮੋਹ ਮਮਤਾ ਬਸ ਪੈ ਕੇ ਤੂੰ ਸਮਾਂ ਗੁਜ਼ਾਰੀ ਜਾ ਰਿਹਾ ਹੈ, ਇਹਨੂੰ ਸਾੜ ਕੇ, ਇਹਨੂੰ ਜਾਲ ਕੇ, ਜਾਲ ਮੋਹ ਘਸ ਮਸ ਕਰ, ਇਹ ਗੁਰਬਾਣੀ ਦਾ ਬੋਲ ਹੈ। ਘਸ ਦਾ ਅਰਥ ਹੈ ਘਸਾ ਕੇ, ਮਸ ਦਾ ਅਰਥ ਹੈ ਸਿਆਹੀ। ਮੋਹ ਨੂੰ ਜਾਲ ਕੇ ਇੱਕ ਸਿਆਹੀ ਬਣਾ ਲੈ। ਭਾਵ ਆ ਦੁਨਿਆਵੀ ਮੋਹ ਮਮਤਾ ਵਿੱਚ ਜਿਹੜਾ ਪਿਆ ਹੋਇਆ, ਇਹਨੂੰ ਖਤਮ ਕਰ ਦੇ। ਜਾਲ ਮੋਹ ਘਸ ਮਸ ਕਰ, ਮਤ ਕਾਗਦ, ਆਪਣੀ ਜਿਹੜੀ ਤੇਰੀ ਮਤ ਹੈ ਇਹਨੂੰ ਇੱਕ ਕਾਗਜ਼ ਬਣਾ। ਮਤ ਕਾਗਦ ਕਰ ਸਾਰ, ਭਾਉ ਕਲਮ, ਭਾਵਨਾ ਦੀ ਕਲਮ ਲੈ, ਹਿਰਦੇ ਵਿੱਚ ਇੱਕ ਭਾਵਨਾ ਪੈਦਾ ਕਰ। ਭਾਉ ਕਲਮ ਕਰ ਚਿੱਤ ਲਖਾਰੀ, ਆਪਣੇ ਚਿੱਤ ਨੂੰ ਲਖਾਰੀ ਬਣਾ ਲੈ। ਮਰਜ਼ੀ ਨਾਲ ਅੱਖਰ ਨਾ ਪਾਈ। ਗੁਰ ਪੁੱਛ ਲਿਖ ਵਿਚਾਰ, ਗੁਰੂ ਤੋਂ ਪੁੱਛ ਕੇ ਆਪਣੇ ਮਤ ਰੂਪੀ ਕਾਗਜ਼ ਤੇ ਸ਼ਬਦ ਪਾਈ। ਤੇ ਸ਼ਬਦ ਕੀ ਪਾਈ? ਗੁਰੂ ਕੀ ਕਹੇਗਾ? ਲਿਖ ਨਾਮ। ਗੁਰੂ ਕਹੇਗਾ ਤੂੰ ਆਪਣੇ ਮਤ ਰੂਪੀ ਕਾਗਜ਼ ਤੇ ਪਰਮਾਤਮਾ ਦਾ ਨਾਮ ਲਿਖ ਲੈ। ਸਲਾਹ ਲਿਖ, ਮਤ ਰੂਪੀ ਕਾਗਜ਼ ਤੇ ਪਰਮਾਤਮਾ ਦੇ ਸਿਫਤੋ ਸਲਾਹ ਦਾ ਅੱਖਰ ਪਾ ਲੈ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨ ਪਾਰਾ ਭਾਰ। ਪਰ ਚੇਤਾ ਰੱਖੀ, ਰੱਬ ਦਾ ਅੰਤ ਨਹੀਂ ਪਾਇਆ ਜਾਂਦਾ। ਨਾਲ ਹੀ ਇਹ ਗੱਲ ਸਮਝਾਈ ਬਾਬਾ, ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸ਼ਾਨ। ਨੀਸ਼ਾਨ ਦਾ ਅਰਥ ਹੁੰਦਾ ਰਾਹਦਾਰੀ। ਜਿਹਨੇ ਆਪਣੇ ਮਤ ਰੂਪੀ ਕਾਗਜ਼ ਤੇ ਪਰਮਾਤਮਾ ਦੀ ਸਿਫਤੋ ਸਲਾਹ ਨਾਮ ਦੇ ਅੱਖਰ ਪਾਏ ਹੈ, ਕੱਲ੍ਹ ਉਹ ਰੱਬ ਦੇ ਘਰ ਦੀ ਰਾਹਦਾਰੀ ਬਣ ਕੇ ਤੈਨੂੰ ਰੱਬ ਦੇ ਘਰ ਪ੍ਰਵਾਨ ਕਰਾ ਦੇਗੀ। ਉੱਥੇ ਵੀ ਲੇਖਾ ਮੁੱਕ ਜਾਏਗਾ। ਗੋਪਾਲ ਪਾਂਧੇ ਨੂੰ ਅਜਿਹਾ ਰੱਬੀ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਨੇ। 7 ਸਾਲ ਦੀ ਉਮਰ ਵਿੱਚ ਗੋਪਾਲ ਪਾਂਧਾ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕਰ ਦਿੰਦਾ। ਕਹਿ ਦਿੱਤਾ ਮਹਿਤਾ ਕਾਲੂ ਜੀ ਨੂੰ, ਇਹ ਤੇ ਖੁਦ ਪੜ੍ਹੇ ਹੋਏ ਨੇ, ਇਹਨੂੰ ਮੈਨੂੰ ਪੜ੍ਹਾਉਣ ਦੀ ਲੋੜ ਨਹੀਂ ਹੈ। ਇੱਕ ਬੇਨਤੀ ਮੈਂ ਤੁਹਾਨੂੰ ਹੋਰ ਕਹਿ ਦਿਆਂ, ਜਿਹੜਾ ਇਹ ਉਪਦੇਸ਼ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਮਤ ਰੂਪੀ ਕਾਗਜ਼ ਤੇ ਨਾਮ ਲਿਖਣ ਦਾ, ਇਹਨੂੰ ਕਦੀ ਧਿਆਨ ਨਾਲ ਬਾਚ ਕੇ ਵੇਖੋ। ਯਾਦ ਰੱਖੋ, ਇਸ ਮਤ ਰੂਪੀ ਕਾਗਜ਼ ਤੇ ਹੀ ਚੰਗੇ ਸ਼ਬਦ ਲਿਖੇ ਜਾਂਦੇ ਨੇ। ਇਸ ਮਤ ਰੂਪੀ ਕਾਗਜ਼ ਤੇ ਹੀ ਕਿਸੇ ਵਿਕਾਰਾਂ ਵਾਲੀ ਮਤ ਲਿਖੀ ਹੋਈ ਹੈ। ਜੇ ਸੌਖੇ ਸ਼ਬਦਾਂ ਵਿੱਚ ਕਹਿਣਾ ਹੋਵੇ, ਜਿਹਨੇ ਤੇ ਮਤ ਰੂਪੀ ਕਾਗਜ਼ ਤੇ ਅੱਖਰ ਗੁਰੂ ਤੋਂ ਪੁੱਛ ਕੇ ਪਾਏ ਹੈ,
ਉਹ ਤੇ ਆਪਣਾ ਵੀ ਭਲਾ ਕਰਦੇ ਐ, ਸਮਾਜ ਦਾ ਵੀ ਭਲਾ ਕਰਦੇ ਐ। ਤੇ ਜਿਨ੍ਹਾਂ ਨੇ ਗੁਰੂ ਤੋਂ ਮਤ ਲੈ ਕੇ ਇਹ ਸ਼ਬਦ ਰੱਬੀ ਨਾਮ ਦੇ ਅੱਖਰ ਨਹੀਂ ਪਾਏ ਤੇ ਮਨ ਮਰਜ਼ੀ ਨਾਲ ਇੱਥੇ ਬੇਕਾਰੀ ਅੱਖਰ ਪਾ ਰੱਖੇ ਐ, ਬਰਬਾਦੀ ਉਹੀ ਕਰ ਰਹੇ ਐ। ਮੈਂ ਕਈ ਵਾਰੀ ਬੇਨਤੀ ਕਰਨਾ, ਭਾਵੇਂ ਮੈਂ ਇੱਧਰ ਤੁਰਨਾ ਨਹੀਂ, 4 ਮੱਤਾਂ ਨੇ ਚੇਤਾ ਰੱਖਿਓ। ਦੁਰਮਤ ਹੈ, ਅਨਮਤ, ਮਨਮਤ ਤੇ ਗੁਰਮਤ। ਇਹ ਗ੍ਰੰਥਾਂ ਵਿੱਚ ਜ਼ਿਕਰ ਕੀਤਾ ਹੋਇਆ ਹੈ। ਦੁਰਮਤ ਦਾ ਅਰਥ ਹੁੰਦਾ ਭੈੜੀ ਮਤ, ਸਿੱਖ ਕਦੇ ਭੈੜੀ ਮਤ ਧਾਰਨ ਨਹੀਂ ਕਰਦਾ। ਅਨਮਤ ਦਾ ਅਰਥ ਹੁੰਦਾ ਕਿਸੇ ਪਿੱਛੇ ਲੱਗ ਕੇ ਤੁਰਨਾ, ਸਿੱਖ ਅਜਿਹਾ ਵੀ ਨਹੀਂ ਹੈ। ਇਹ ਦੁੱਖ ਦੀ ਰਗ ਹੈ ਸਾਡੇ ਲੋਕਾਂ ਦੀ। ਅਸੀਂ ਅਨਮਤ ਪਿੱਛੇ ਵੀ ਬੜਾ ਤੁਰਦੇ, ਜਿਹਨੂੰ ਲਾਈ ਲੱਗ ਕਿਹਾ ਜਾਂਦਾ ਹੈ। ਇਹ ਤੇ ਤੁਹਾਨੂੰ ਪਤਾ ਹੀ ਹੈ ਲਾਈ ਲੱਗ ਲੋਕ ਕਿਵੇਂ ਨੇ। ਉਹ ਲੋਕ ਜਿਹੜੇ ਸਮਾਜ ਦੀ ਬਰਬਾਦੀ ਕਰ ਰਹੇ ਨੇ, ਕੱਲ ਉਹੀ ਤੁਹਾਡੇ ਸਾਹਮਣੇ ਆਉਂਦੇ ਆ। ਤੁਸੀਂ ਸਾਰੇ ਨੂੰ ਸਮਝੋ ਮੇਰੀ ਬੇਨਤੀ ਨੂੰ। ਉਹਨਾਂ ਪਿੱਛੇ ਲੱਗ ਕੇ ਅਸੀਂ ਫਿਰ ਆਪਣੇ ਘਰਾਂ ਪਰਿਵਾਰਾਂ ਤੇ ਸਮਾਜ ਦੀ ਬਰਬਾਦੀ ਕਰੀ ਜਾ ਰਹੇ ਹਾਂ। ਤਾਂ ਮੈਂ ਬੇਨਤੀ ਕਹਿਣ ਲੱਗਿਆ, ਅਨਮਤ ਵੀ ਸਿੱਖ ਕਦੀ ਨਹੀਂ ਵਰਤਦਾ। ਵੀ ਜੇ ਕਿਸੇ ਨੇ ਆਖਿਆ ਲਾਈ ਲਾਗੋ ਦੇ ਪਿੱਛੇ ਤੁਰ ਪਿਆ, ਸਿੱਖ ਅਜਿਹਾ ਨਹੀਂ ਹੈ। ਇਹ ਮਨ ਮਤ ਵੀ ਨਹੀਂ ਵਰਤਦਾ, ਮਨ ਦੀ ਮਤ ਵੀ ਨਹੀਂ ਵਰਤਦਾ। ਇਹ ਇੱਕੋ ਹੀ ਮਤ ਵਰਤਦਾ ਜਿਹਨੂੰ ਗੁਰਮਤ ਕਿਹਾ ਜਾਂਦਾ ਹੈ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤਾਂ ਗੁਰੂ ਨੇ ਪਾਂਧੇ ਨੂੰ ਆਖਿਆ ਸੀ, ਪਾਂਧੇ ਮਤ ਤੇ ਪਰਮਾਤਮਾ ਦਾ ਨਾਮ ਲਿਖ, ਤੂੰ ਪ੍ਰਵਾਨ ਹੀ ਰੱਬ ਘਰ ਵਿੱਚ ਤਾਂ ਹੋਏਗਾ। ਹੁਣ ਮਹਿਤਾ ਕਾਲੂ ਜੀ ਨੇ ਸੋਚਿਆ ਵੀ ਜੇ ਇਹ ਅੱਖਰ ਨਹੀਂ, ਜੇ ਇਹ ਅੱਖਰ ਗੁਰੂ ਨਾਨਕ ਸਾਹਿਬ ਨੇ ਸਿੱਖ ਲਏ ਨੇ ਤੇ ਆਪਣੇ ਪੁੱਤਰ ਨੂੰ ਫਾਰਸੀ ਤੇ ਅਰਬੀ ਆਦਿਕ ਭਾਸ਼ਾ ਪੜ੍ਹਾਉਣ ਦੇ ਲਈ ਇੱਕ ਕਾਜੀ ਹੈ, ਮੁੱਲਾ ਜੀ ਦਾ ਨਾਮ ਕੁਤਬਦੀਨ ਹੈ। ਮਹਿਤਾ ਕਾਲੂ ਕੁਤਬਦੀਨ ਕੋਲ ਛੱਡ ਕੇ ਆਉਂਦੇ ਹੈ। 2-4 ਦਿਨਾਂ ਵਿੱਚ ਉਹ ਸ਼ਬਦ ਅੱਖਰ ਸਿੱਖ ਕੇ ਤੇ ਹਜ਼ੂਰ ਨੇ ਉਹਨੂੰ ਵੀ ਉਪਦੇਸ਼ ਦਿੱਤਾ। ਤੀਜੀ ਮਨ ਦੀ ਬਿਰਤੀ ਲੈ ਕੇ ਮਹਿਤਾ ਕਾਲੂ ਸੰਸਕ੍ਰਿਤ ਭਾਸ਼ਾ ਸਿੱਖਣ ਦੇ ਲਈ, ਸਿਖਾਉਣ ਦੇ ਲਈ ਗੁਰੂ ਨਾਨਕ ਸਾਹਿਬ ਨੂੰ ਬ੍ਰਿਜਨਾਥ ਨਾਮ ਦਾ ਇੱਕ ਪੰਡਤ ਹੈ, ਉਹਦੇ ਕੋਲ ਛੱਡਦੇ ਹੈ। ਸਤਿਗੁਰੂ ਬ੍ਰਿਜਨਾਥ ਨੂੰ ਵੀ ਰੱਬੀ ਉਪਦੇਸ਼ ਬਖਸ਼ਦੇ ਹੈ। 7 ਸਾਲ ਦੀ ਉਮਰ ਅੰਦਰ, ਹੁਣ ਆਹ ਗੱਲ ਤੁਹਾਡੇ ਹਿਰਦੇ ਵਿੱਚ ਵਸ ਜਾਏ, ਜੇ ਤੁਹਾਨੂੰ ਕੋਈ ਪੁੱਛੇ ਨਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੜ੍ਹਨ ਦੇ ਲਈ ਕਿੰਨਾ ਕਿੰਨਾ ਕੋਲ ਗਏ ਸਨ, ਤੇ 3 ਖਾਸ ਕਰਕੇ ਨੇ, ਜਿਨ੍ਹਾਂ ਵਿੱਚੋਂ ਗੋਪਾਲ ਪੰਧ ਹੈ, ਕੁਤਬਦੀਨ ਕਾਜੀ ਹੈ, ਬ੍ਰਿਜਨਾਥ ਪੰਡਤ ਹੈ। 3 ਨੇ। ਸਤਿਗੁਰੂ ਤਿੰਨਾਂ ਨੂੰ ਹੀ ਉਪਦੇਸ਼ ਬਖਸ਼ਦੇ ਆ ਰੱਬੀ। ਮਹਿਤਾ ਕਾਲੂ ਜੀ ਨੇ ਸੋਚਿਆ ਵੀ ਇਵੇਂ ਗੁਰੂ ਨਾਨਕ ਸਾਹਿਬ ਅੱਖਰ ਤੇ ਸਿੱਖ ਗਏ ਨੇ ਤੇ ਇਹ ਅਗਾਂਹ ਪੜ੍ਹਾਉਣ ਵਾਲੇ ਵੀ ਹੱਥ ਖੜੇ ਕਰ ਗਏ ਹੈ, ਕਿਉਂ ਨਾ ਮੈਂ ਆਪਣੇ ਪੁੱਤਰ ਨੂੰ ਮੱਝਾਂ ਚਾਰਨ ਵਾਲੇ ਪਾਸੇ ਲਾ ਦੇਵਾਂ, ਇਵੇਂ ਇਕਾਂਤ ਵਿੱਚ ਬੈਠਣ ਦੀ ਬਜਾਏ। ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਗੁਰੂ ਨਾਨਕ ਸਾਹਿਬ ਬਚਪਨ ਵਿੱਚ ਇਕਾਂਤ ਵਿੱਚ ਕਈ ਘੰਟੇ ਰੱਬੀ ਸਿਮਰਨ ਵਿੱਚ ਜੁੜੇ ਰਹਿਣਾ, ਜਾਂ ਘਰ ਦੀਆਂ ਵਸਤੂਆਂ ਬਾਹਰ ਲੋੜਵੰਦਾਂ ਵਿੱਚ ਵਰਤਾ ਆਉਣੀਆਂ, ਮਹਿਤਾ ਕਾਲੂ ਜੀ ਪਰੇਸ਼ਾਨ ਹੁੰਦੇ ਸਨ। ਇੱਥੋਂ ਤੱਕ ਇਤਿਹਾਸ ਵਿੱਚ ਇੱਕ ਜ਼ਿਕਰ ਹੁੰਦਾ ਹੈ, ਗੁਰੂ ਨਾਨਕ ਸਾਹਿਬ ਦੀ ਮਾਸੀ ਬੀਬੀ ਲੱਖੋ ਜੀ ਮਾਤਾ ਤ੍ਰਿਪਤਾ ਜੀ ਨੂੰ ਮਿਲਣ ਆਏ, ਆਪਣੀ ਭੈਣ ਨੂੰ। ਜਦੋਂ ਆਏ ਤੇ ਉਹਨੂੰ ਸਾਰੀ ਗੱਲ ਪਤਾ ਲੱਗੀ। ਉਹਦੇ ਵੀ ਇੱਕ ਪੁੱਤ ਸੀ ਜਿਹਦਾ ਨਾਮ ਰਾਮ ਥੰਮਣ ਸੀ, ਰਾਮ ਥੰਮਣ ਕਰਕੇ ਜਾਣਿਆ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਭਾਣੇ ਸਮਝਾਉਣ ਲੱਗ ਪਈ। ਮਾਸੀ ਹੋਣ ਦੇ ਨਾਤੇ ਮਾਮਾ ਸਮਾਨ ਸੀ, ਕਹਿਣ ਲੱਗੀ ਵੀ ਗੁਰੂ ਨਾਨਕ ਪੁੱਤਰ ਤੂੰ ਇਹ ਕੰਮ ਨਾ ਕਰਿਆ ਕਰ, ਤੂੰ ਘਰ ਦੇ ਭਾਂਡੇ ਵਸਤੂਆਂ ਬਾਹਰ ਵਰਤਾਉਣ।
माता तृप्ता जी ने सारी गलबात जदों दसी तो अचनचेत लखों ने एक शब्द भर दिता। मासी लखों ने शब्द भर दिता, कह लगी तृप्ता तेरा पुत्र ते कमला ही है। गुरु नानक साहब जी के कान में बोल पै गया तो सहज सुभाव एक बचन गुरु नानक साहब ने बचपन अवस्था में कह दिता। कह लगे मासी मेरे नालों ते तेरा पुत वध कमला होएगा। शब्द ही भर दिता। ओदे पुत्र का नाम सी राम थम्मन। वो बाद विच राम थम्मन अजिहा रब्बी बंदगी विच जुड़न वाला महापुरुष बनिया, क्योंकि गुरु नानक साहब भी संसार विच बिरती नहीं रखते सन। तो गुरु नानक साहब दे बोल होए, मासी लखो का पुत्र राम थम्मन भी संसारी बिरती त्याग गया। वह भी रब्बी बंदगी विच इन्ना जुड़िया, कसूर दे लागे उहदा स्थान बनया होया है। उन्हें बड़ी रब्बी बंदगी करके संसार तो किनारी कर लिया सी। मैं बेनती तां कह रही हैं, जदों इवें बचपन विच साहब करते सन तो मेहता कालू जी समझते नहीं सन। तो मेहता कालू जी ने मन में सोचा भी क्यों ना मैं गुरु नानक साहब अपने पुत्र नूं मझां चारन नाल ला लवां, तो इधर लगेगा मन होर दा होर हो जाएगा। हुण गुरु नानक साहब नूं मझां चारन वाले पासे ला दिता। अज तो सानूं लगदा भी मझां चारनियां किड्डा को काम सी, पर सियाणे पुरुष बैठे हो। पुरातन समय किसी अमीर घर विच ही मझां हुंदियां सन। पहली गल, चंगे पशु अमीर घराने विच हुंदे सन। ते लोकी अक्सर गल्लां करदे सन, फलाने दे घर विच इन्नियां मझां कि एक वड्डा तबेला बनिया होया। जदों चारन जांदे ने लोग अखां नाल वेखदे ने, अखां अड अड के भी इहदे घर विच इन्नियां कीमती मझां। सानू अज लगता भी कोई बहुता वड्डा काम नहीं सी, पर उदों अमीर घराणियां विच पशु हुंदे सन। मेहता कालू जी ने यह जान के चंगी तरह समझाया भी अपने खेतों में ही मझां चारनियां। जमीन जायदाद के मालक सन। गुरु नानक साहब कुछ दिन मझां चारन जाते हैं। उत्थे भी कई भाने वरतते हैं। इतिहास में जिक्र आउंदा है कि एक दिन मझां चर रही ने ते गुरु नानक साहब दो गल्लां दा जिक्र आउंदा है। अपने भाने विश्राम करन लग पे, भुंजे पए ने सुते। ते जदों अत दी तपश पई, चिट्टे रंग का एक सप गुरु नानक साहब के मुख ते छां करदा है। राय बुलार इत्थों दी लंघ रहा सी। राय बुलार कौन है? वो राय भुवें दा पुत्र है ते तलवंडी दा हाकम है। जदों उन्हें वेख्या भी गुरु नानक साहब ते इवें छप छांक करके खलोता होया है, उन्हें नमस्कार कर दिते। दूसरी बार उन्हें कौतक ये वेख्या सी कि जदों गुरु नानक साहब सच्चे पातशाह महाराज शामां ढलदियां जा रही हैं, भाव धुप जिहड़ी वो छिपदी जा रही है, ते जिस रुख की छावें बैठे सन वो रुख की छां इक्को ही थां खलोती हुई है। वो रुख की छां बाकी रुखां की छां घूम के दूसरे पासे आ गई, पर जिस रुख थले गुरु नानक साहब बैठे ने उत्थे रुख की छां इक्को ही थां खलोती हुई है। ये सारे इतिहासिक स्थान बने हुए ने। तीजी बार एक घटना वापर गई कि साहब सच्चे पातशाह मझां छड्ड के ते आप रब्बी इबादत विच जुड़ गए। वो मझां लागे जिमींदार दे खेत विच जाके उहदी फसल नूं खांदियां, चारा खांदियां। जिमींदार क्रोधित होके ते हाकम दे कोल पहुंच गया, राय बुलार दे कोल। ते राय बुलार ते गुरु नानक साहब सच्चे पातशाह दा पहले श्रद्धालु सी, पर जदों बहुता रौला पिया, शिकायत हुई ते मेहता कालू जी नूं पता लग्या। मेहता कालू जी गुरु नानक साहब सच्चे पातशाह नूं नाल लैके राय बुलार कोल जा खलोता। जिमींदार भी खलोता है।
ਜਨਮ ਸਾਖੀ ਵਿੱਚ ਜ਼ਿਕਰ ਹੈ, ਜਿਮੀ ਬਾਰ-ਬਾਰ ਜ਼ਿਕਰ ਕਰਦਾ ਜ਼ਿਮੀਂਦਾਰ, ਇਹਨੇ ਮੇਰਾ ਨਾਨਕ ਨੇ ਖੇਤ ਉਜਾੜਿਆ, ਆਪਣੇ ਪਸ਼ੂਆਂ ਨੂੰ ਚਰਾਇਆ ਹੈ। ਮਹਿਤਾ ਕਾਲੂ ਅੰਦਰੋਂ ਬਹੁਤ ਕ੍ਰੋਧੀ ਹੈ, ਰਾਏ ਬੁਲਾਰ ਭਾਵਨਾ ਵਾਲਾ ਹੈ। ਜਦੋਂ ਬਾਰ-ਬਾਰ ਜ਼ਿਮੀਂਦਾਰ ਇਹ ਸ਼ਬਦ ਵਰਤਦਾ, ਇਹਨੇ ਮੇਰਾ ਖੇਤ ਉਜਾੜਿਆ, ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ, ਜ਼ਿਮੀਂਦਾਰ ਤੇਰਾ ਕਾਈ ਨਹੀਂ ਵਿਗੜਿਆ, ਕਰਤਾਰ ਇਸੇ ਵਿੱਚ ਭਲੀ ਕਰੇਗਾ। ਹਜ਼ੂਰ ਨੇ ਇੱਕ ਬਚਨ ਆਖਿਆ ਸੀ, ਜ਼ਿਮੀਂਦਾਰਾ ਤੇਰਾ ਕੁਝ ਨਹੀਂ ਵਿਗੜਿਆ, ਕਰਤਾਰ ਇਹਦੇ ਵਿੱਚ ਹੀ ਰੰਗਤ ਲਾਏਗਾ। ਰਾਏ ਬੁਲਾਰ ਵਰਗਿਆਂ ਨੇ ਜਦੋਂ ਜਾ ਕੇ ਵੇਖਿਆ, ਰੱਬ ਦੀ ਰਹਿਮਤ ਵਰਤੀ ਹੋਈ ਸੀ, ਉਹ ਫਸਲ ਪਹਿਲਾਂ ਨਾਲੋਂ ਵੀ ਵੱਖਰੀ ਨੁਹਾਰਦੀ ਸੀ। ਅਜਿਹਾ ਬੇਅੰਤ ਸਮਾਂ ਜਦੋਂ ਮਹਿਤਾ ਕਾਲੂ ਜੀ ਨੇ ਵੇਖਿਆ ਵੀ ਮੱਝਾਂ ਚਰਾਉਣ ਵਾਲੇ ਪਾਸੇ ਵੀ ਗੁਰੂ ਨਾਨਕ ਸਾਹਿਬ ਨਹੀਂ ਆ ਰਹੇ, ਇਹ ਤੇ ਨਿੱਤ ਉਲਾਂਭਾ ਲੈ ਕੇ ਆਉਂਦੇ ਨੇ। 9 ਸਾਲ ਦੀ ਉਮਰ ਹੋ ਗਈ। ਹੁਣ ਮਨ ਵਿੱਚ ਇੱਕ ਖਿਆਲ ਕੀਤਾ, ਇਹ ਰੀਤ ਸੀ ਕਿ ਜਿਹੜੇ ਖੱਤਰੀ ਸਨ, ਇਹਨਾਂ ਨੂੰ 9 ਸਾਲ ਦੀ ਉਮਰ ਵਿੱਚ ਜੰਝੂ ਪਾਇਆ ਜਾਂਦਾ ਸੀ। ਧਰਮ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ 9 ਸਾਲ ਦੀ ਉਮਰ ਹੋਈ। ਪੰਡਤ ਹਰਦਿਆਲ ਜੀ ਜੰਝੂ ਪਾਉਣ ਦੇ ਲਈ, ਜਨੇਊ ਪਾਉਣ ਦੇ ਲਈ ਘਰ ਆ ਪਹੁੰਚੇ। ਤੇ ਜਦੋਂ ਜਨੇਊ ਪਾਇਆ ਜਾਂਦਾ ਸੀ, ਉਦੋਂ ਸਾਕ ਸੰਬੰਧੀ ਇਕੱਠੇ ਹੁੰਦੇ ਸਨ, ਪਿੰਡ ਦੇ ਲੋਕ ਇਕੱਤਰ ਹੁੰਦੇ ਸਨ, ਧਰਮ ਦੀ ਇੱਕ ਰਸਮ ਸੀ ਉਹਨਾਂ ਦੀ। ਹੁਣ ਪੰਡਤ ਹਰਦਿਆਲ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਨੇਊ ਪਾਉਣ ਲੱਗਿਆ, ਹਜ਼ੂਰ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਤੇ ਇੱਕ ਸ਼ਬਦ ਪੁੱਛਿਆ ਸੀ, ਕਹਿਣ ਲੱਗੇ ਵੀ ਪੰਡਤ ਜੀ ਇਸ ਜਨੇਊ ਨਾਲ ਹੋਏਗਾ ਕੀ? ਤੇ ਉਹਨੇ ਅੱਗੋਂ ਸ਼ਬਦ ਵਰਤੇ, ਇਹਦੇ ਨਾਲ ਤੁਸੀਂ ਧਰਮੀ ਬਣ ਜਾਓਗੇ, ਇਹਦੇ ਨਾਲ ਤੁਸੀਂ ਪਰਮਾਤਮਾ ਦੇ ਘਰ ਪ੍ਰਵਾਨ ਹੋ ਜਾਓਗੇ, ਇਹਦੇ ਨਾਲ ਤੁਹਾਡਾ ਪਤਾ ਲੱਗੇਗਾ ਤੁਸੀਂ ਉੱਚੀ ਕੁੱਲ ਵਿੱਚੋਂ, ਤੁਸੀਂ ਉੱਚੀ ਕੁੱਲ ਦੇ ਮਾਲਕ ਹੋ, ਖੱਤਰੀ ਹੋ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਪੰਡਤ ਜੀ ਜੇ ਇਹ ਜਨੇਊ ਪਾਉਣ ਦੇ ਨਾਲ ਧਰਮੀ ਬਣੀਦਾ, ਪਹਿਲਾਂ ਮੇਰੀ ਮਾਤਾ ਤ੍ਰਿਪਤਾ ਨੂੰ ਜਨੇਊ ਪਵਾ, ਕਿਉਂਕਿ ਮੇਰੀ ਮਾਂ ਨੇ ਜਨੇਊ ਨਹੀਂ ਪਹਿਨਿਆ ਤੇ ਜਿਹਨੇ ਜਨਮ ਦਿੱਤਾ ਉਹੀ ਧਰਮੀ ਨਹੀਂ, ਤੇ ਫਿਰ ਮੈਂ ਧਰਮੀ ਹੋ ਕੇ ਕੀ ਲੈਣਾ? ਪੰਡਤ ਹਰਦਿਆਲ ਜੀ ਨੇ ਕੁਝ ਸ਼ਬਦ ਵਰਤੇ, ਕਹਿਣ ਲੱਗਿਆ ਵੀ ਮੇਰਾ ਧਰਮ ਮੈਨੂੰ ਇਜਾਜ਼ਤ ਨਹੀਂ ਦਿੰਦਾ ਵੀ ਇੱਕ ਇਸਤਰੀ ਜਨੇਊ ਪਹਿਨ ਲਵੇ। ਹਜ਼ੂਰ ਨੇ ਆਖਿਆ, ਫਿਰ ਤੇਰਾ ਜਨੇਊ ਵਿਤਕਰੇ ਪੈਦਾ ਕਰਦਾ। ਮੈਂ ਤੁਹਾਨੂੰ ਫਿਰ ਬੇਨਤੀ ਕਹਿਣ ਲੱਗੇ ਹਾਂ, ਤੁਹਾਨੂੰ ਪਤਾ ਹੋਵੇ ਵੱਖਰੀ ਵੱਖਰੀ ਮਰਿਆਦਾ ਹੈ ਜੰਝੂ ਪਾਉਣ ਦੀ ਵੀ। ਬ੍ਰਾਹਮਣ ਨੂੰ ਤੇਰੇ ਧਾਗੇ ਦਾ ਪਾਇਆ ਜਾਂਦਾ ਹੈ, ਖੱਤਰੀ ਨੂੰ ਦੂਰੇ ਧਾਗੇ ਦਾ ਜਨੇਊ ਪਾਇਆ ਜਾਂਦਾ ਹੈ, ਵੈਸ਼ ਨੂੰ ਅਕੇਰੇ ਧਾਗੇ ਦਾ ਪਾਇਆ ਜਾਂਦਾ, ਸ਼ੂਦਰ ਨੂੰ ਕੋਈ ਹੱਕ ਨਹੀਂ ਹੈ ਜਨੇਊ ਪਾਉਣ ਦਾ। ਇਵੇਂ ਕਰਕੇ ਉਮਰਾਂ ਵੀ ਵੱਖਰੀਆਂ ਵੱਖਰੀਆਂ ਨੇ। ਇਵੇਂ ਕਰਕੇ ਇਹ ਵੀ ਮਿਥਿਆ ਜਾਂਦਾ ਹੈ, ਕਿਸੇ ਨੂੰ ਕਪਾਹ ਦਾ ਰੂੰ ਦਾ ਵੱਟ ਕੇ ਧਾਗਾ ਜਨੇਊ ਪਾਇਆ ਜਾਂਦਾ ਹੈ, ਕਿਸੇ ਨੂੰ ਉੱਨ ਦਾ ਜਨੇਊ ਪਾਇਆ ਜਾਂਦਾ, ਵੱਖਰੇ ਵੱਖਰੇ ਤੌਰ ਤਰੀਕੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਜਨੇਊ ਪਾਉਣ ਤੋਂ ਨਾ ਕੀਤੀ ਤੇ ਭਰੇ ਲੋਕਾਂ ਦਾ ਇਕੱਠ ਸੀ। ਮਹਿਤਾ ਕਾਲੂ ਦੇ ਘਰ ਵਿੱਚ ਖੱਤਰੀ ਸਾਰੇ ਲੋਕ ਇਕੱਠੇ ਹੋਏ ਸਨ। ਸਤਿਗੁਰੂ ਨੇ ਉੱਥੇ ਵੀ ਇੱਕ ਸ਼ਬਦ ਵਰਤਿਆ। ਮਹਾਰਾਜ ਕਹਿਣ ਲੱਗੇ, ਪੰਡਤ ਜੀ ਮੈਂ ਜਨੇਊ ਪਾ ਲਵਾਂਗਾ ਪਰ ਤੇਰੇ ਧਾਗੇ ਵਾਲਾ ਨਹੀਂ। ਆ ਜਨੇਊ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤੇ ਪਾਂਡੇ ਘੱਤ। ਇਹਦੇ ਅਰਥ ਨੇ ਦਇਆ ਕਪਾਹ, ਦਇਆ ਦੀ ਕਪਾਹ ਹੋਵੇ, ਸੰਤੋਖ ਸੂਤ, ਸੰਤੋਖ ਦਾ ਸੂਤਰ ਹੋਵੇ, ਧਾਗਾ ਹੋਵੇ, ਜਤ ਗੰਢੀ, ਉਹਨੂੰ ਜਤ ਦੀਆਂ ਗੰਢਾਂ ਦਿੱਤੀਆਂ ਹੋਣ, ਸੱਤ ਵੱਟ, ਉਹਨੂੰ ਸੱਤ ਦਾ ਵੱਟ ਚਾੜਿਆ ਹੋਵੇ। ਇਹ ਜਨੇਊ ਜੀ ਕਾ ਹਈ ਤੇ ਪਾਂਡੇ
ਘੱਤ ਇਹ ਜਨੇਊ ਜੇ ਹੈ ਤੇ ਮੈਨੂੰ ਪਵਾ ਦੇ। ਤੇ ਪੰਡਤ ਜੀ ਨੂੰ ਇੱਕ ਸ਼ਬਦ ਸਾਹਿਬ ਨੇ ਆਖਿਆ ਸੀ, ਇਹ ਸਰੀਰ ਦਾ ਜਨੇਊ ਨਹੀਂ ਹੈ, ਇਹ ਤੇ ਅੰਦਰ ਆਤਮਾ ਦਾ ਜਨੇਊ ਹੈ। ਤੇਰੇ ਹਿਰਦੇ ਵਿੱਚ ਦਇਆ ਹੋਵੇ, ਸੰਤੋਖ ਹੋਵੇ, ਜਾਤ ਹੋਵੇ, ਸੱਤ ਹੋਵੇ। ਹਜ਼ੂਰ ਨੇ ਅਗਲੇ ਬਚਨ ਵਰਤੇ ਸਨ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ। ਨਾ ਇਹ ਜਨੇਊ ਨੇ ਟੁੱਟਣਾ, ਨਾ ਇਹਨੂੰ ਮੈਲ ਲੱਗਣੀ ਹੈ, ਨਾ ਇਹਨੇ ਸੜਨਾ, ਨਾ ਇਹੋ ਟੁੱਟੈ, ਨਾ ਇਹੋ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ। ਧਨ ਸੋ ਮਾਨਸ ਨਾਨਕਾ, ਜੋ ਗੱਲ ਚੱਲੇ ਪਾਏ। ਉਹ ਧਨ ਨੇ ਜਿਹੜੇ ਇਹੋ ਜਿਹਾ ਜਨੇਊ ਪਹਿਨਦੇ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਲੇ ਉਹ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਸਦੀਆਂ ਤੋਂ ਲੈ ਕੇ ਜਨੇਊ ਦੇ ਨਾਂ ਤੇ ਵਿਤਕਰਾ ਪੈਦਾ ਕਰਦੇ ਸਨ, ਉਹਨਾਂ ਦੀ ਮਰਿਆਦਾ ਤੇ ਰਸਮ ਤੋੜ ਕੇ ਮਨੁੱਖਤਾ ਨੂੰ ਰੱਬੀ ਉਪਦੇਸ਼ ਦਿੱਤਾ। ਇਹ ਬਖਸ਼ਿਸ਼ ਵਰਤਾਈ ਗੁਰੂ ਨਾਨਕ ਸਾਹਿਬ ਨੇ। ਉਂਝ ਮੈਂ ਤੁਹਾਨੂੰ ਬੇਨਤੀ ਕਹਿ ਦਿਆਂ ਵੀ ਮੈਂ ਬਹੁਤ ਸੰਕੋਚ ਕੇ ਚੱਲ ਰਿਹਾ, ਜੇ ਤੁਸੀਂ ਇਸੇ ਸ਼ਬਦ ਦੇ ਨਾਲ ਵਾਲੇ ਸ਼ਬਦ ਪੜ੍ਹੋ ਆਸਾ ਕੀ ਬਾਰ ਵਿੱਚੋਂ, ਤੇ ਹਜ਼ੂਰ ਨੇ ਸ਼ਬਦ ਪਤਾ ਕੀ ਵਰਤੇ ਹੈ, ਕਹਿਣ ਲੱਗੇ ਭਲਿਆ ਤੂੰ ਕਦੀ ਆਪਣੇ ਇੰਦਰੀਆਂ ਵੱਲ ਧਿਆਨ ਦੇ। ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ। ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਬਾ ਤਗ ਨਾ ਅੱਖੀ। ਹਜ਼ੂਰ ਨੇ ਬੜੇ ਸ਼ਬਦ ਵਰਤੇ, ਕਹਿਣ ਲੱਗੇ ਜੇ ਇਹ ਧਾਗੇ ਦਾ ਜਨੇਊ ਪਾਉਣਾ, ਕਦੀ ਅੱਖਾਂ ਨੂੰ ਪਾ ਅੱਖਾਂ ਮਾੜਾ ਵੇਖ ਨਾ, ਕਦੀ ਜ਼ੁਬਾਨ ਨੂੰ ਪਾ ਜ਼ੁਬਾਨ ਮਾੜਾ ਬੋਲੇ ਨਾ, ਕਦੀ ਕੰਨਾਂ ਵਿੱਚ ਇਹੋ ਜਿਹਾ ਧਰਮ ਦਾ ਜਨੇਊ ਪਾ ਕੰਨ ਮਾੜਾ ਸੁਣਨ ਨਾ, ਕਦੇ ਪੈਰਾਂ ਹੱਥਾਂ ਨੂੰ ਜਨੇਊ ਪਾਏ ਮਾੜੇ ਥਾਂ ਜਾ ਨਾ, ਮਾੜੇ ਕਰਮ ਨਾ ਕਰਨ। ਬੜੇ ਮੇਰੇ ਸਤਿਗੁਰੂ ਨੇ ਸ਼ਬਦ ਵਰਤੇ ਬਾਣੀ ਵਿੱਚ। ਇੱਥੇ ਹਜ਼ੂਰ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੜੇ ਵਾਰੀ ਮਹਿਤਾ ਕਾਲੂ ਪਰੇਸ਼ਾਨ ਹੈ, ਤੇ ਉਹਨੇ ਅਗਲਾ ਜਿਹੜਾ ਮਨ ਵਿੱਚ ਸੋਚਿਆ ਵੀ ਕਿਉਂ ਨਾ ਵਪਾਰੀ ਬਿਰਤੀ ਵਿੱਚ ਗੁਰੂ ਨਾਨਕ ਸਾਹਿਬ ਨੂੰ ਲਾ ਕੇ ਵੇਖ ਲਵਾਂ। ਸ਼ਾਇਦ ਇਹਦਾ ਮਨ ਜੇ ਮੱਝਾਂ ਚਾਰਨ ਵਾਲੇ ਪਾਸੇ, ਜੇ ਪੜ੍ਹਨ ਵਾਲੇ ਪਾਸੇ, ਜੇ ਇਹਨਾਂ ਰੀਤਾਂ ਵਾਲੇ ਪਾਸੇ ਨਹੀਂ ਤੁਰਦਾ, ਤੇ ਸ਼ਾਇਦ ਵਪਾਰੀ ਕਰਨ ਲੱਗ ਪੈਣ। ਮਹਿਤਾ ਕਾਲੂ ਸੰਸਾਰੀ ਬਿਰਤੀ ਦਾ ਸੀ। ਜਿਵੇਂ ਕਈ ਵਾਰੀ ਅੱਜ ਵੀ ਮੈਨੂੰ ਖਿਮਾ ਕਰ ਦਿਓ, ਜੇ ਕੋਈ ਘਰ ਵਿੱਚ ਪੁੱਤਰ ਧੀ ਲਾਇਕ ਨਾ ਹੋਵੇ ਤੇ ਮਾਂ ਬਾਪ ਨੂੰ ਇੰਝ ਲੱਗੇ ਵੀ ਇਹ ਚੰਗੇ ਕਰਮ ਨਹੀਂ ਕਰਦਾ, ਤੇ ਉਹ ਕਈ ਵਾਰੀ ਫੇਰ ਬਦਲ ਕਰਕੇ ਵੇਖਦੇ ਆਪਣੇ ਭਾਣੇ ਵੀ ਸ਼ਾਇਦ ਇੱਧਰ ਹੀ ਮਨ ਜੁੜ ਜਾਏ। ਹਾਲਾਂਕਿ ਗੁਰੂ ਨਾਨਕ ਸਾਹਿਬ ਤੇ ਰੱਬੀ ਰਹਿਮਤ ਵਾਲੇ ਸਾਨੂੰ ਮਹਿਤਾ ਕਾਲੂ ਦੀ ਸੰਸਾਰੀ ਬਿਰਤੀ ਹੈ। ਗੱਲ ਮੁੱਕਦੀ, ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ 20 ਰੁਪਈਏ ਉਸ ਵਕਤ ਦਿੱਤੇ। ਤੇ ਮੈਂ ਬੇਨਤੀ ਇਹ ਵੀ ਕਹਿ ਦਿਆਂ, ਕਈਆਂ ਦਾ ਸਵਾਲ ਹੈ ਵੀ ਉਦੋਂ ਰੁਪਈਆ ਤੇ ਹੁੰਦਾ ਹੀ ਨਹੀਂ ਸੀ, ਉਦੋਂ ਰਜਤਪਨ ਚੱਲਦੇ ਸਨ, ਪਰ ਅੱਜ ਦੀ ਭਾਸ਼ਾ ਵਿੱਚ 20 ਰੁਪਈਏ ਦਿੱਤੇ। ਆਪਾਂ ਸ਼ਬਦ ਇਵੇਂ ਵਰਤਨੇ ਹੈ। 20 ਰੁਪਈਏ ਦੇ ਕੇ ਇੱਕ ਗੱਲ ਚੰਗੀ ਤਰ੍ਹਾਂ ਸਮਝਾਈ। ਕਹਿਣ ਲੱਗਿਆ, ਪੁੱਤ ਨਾਨਕ ਚੂੜਕਾਣਾ ਦੀ ਮੰਡੀ ਤੇ ਚਲਿਆ ਜਾ। ਚੂੜਕਾਣਾ ਉਸ ਬੜਾ ਮਸ਼ਹੂਰ ਸੀ, ਲੂਣ ਦੀ ਮੰਡੀ ਸੀ, ਵਪਾਰ ਹੁੰਦਾ ਸੀ ਉੱਥੇ। ਇਹ 20 ਰੁਪਈਆਂ ਦਾ ਵਪਾਰ ਕਰੀ, ਪਰ ਵਪਾਰ ਉਹ ਕਰੀ ਜਿਹਦੇ ਵਿੱਚ ਲਾਹਾ ਹੋਵੇ, ਜਿਹਦੇ ਵਿੱਚ ਨਫਾ ਹੋਵੇ, ਨੁਕਸਾਨ ਨਾ ਹੋ ਜਾਏ। ਇਸ ਗੱਲ ਦਾ ਧਿਆਨ ਵਿੱਚ ਰੱਖੀ। ਤੇ ਵਪਾਰ ਕਰਨ ਵਾਲੇ ਮਨੁੱਖ ਇਸ ਗੱਲ ਦਾ ਖਿਆਲ ਹੀ ਰੱਖਦਾ ਹੈ ਵੀ ਘੱਟ ਰੇਟ ਤੇ ਵਸਤੂ ਮਿਲੇ, ਮਹਿੰਗੇ ਭਾਅ ਵਿਕ ਜਾਏ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਾਮੀ ਭਰ ਕੇ ਗਏ ਵੀ ਹਾਂ ਮੈਂ ਵਪਾਰ ਕਰਾਂਗਾ ਚੂੜਕਾਣੇ ਦੀ ਮੰਡੀ ਜਾ ਕੇ, ਤੇ ਯਤਨ ਕਰਾਂਗੇ ਵੀ ਨਫਾ ਹੋਵੇ। ਤੇ ਜਦੋਂ ਚਲੇ ਗਏ, ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਨਾਲ ਭਾਈ ਬਾਲਾ ਜੀ ਗਏ ਨੇ। ਜਦੋਂ ਤੁਰ ਪਏ ਚਲੇ ਗਏ, ਹਜੇ ਚੂੜਕਾਣੇ ਦੀ ਧਰਤੀ ਤੇ ਪਹੁੰਚੇ ਨਹੀਂ, ਰਸਤੇ ਵਿੱਚ ਹੀ ਇੱਕ ਥਾਂ ਤੇ ਰੱਬੀ ਭਗਤੀ ਕਰਨ ਵਾਲੇ ਕੁਝ ਅਬਦਾਲ ਲੋਕ ਬੈਠੇ ਸਨ।
ਪ੍ਰਿੰਸੀਪਲ ਸਤਵੀਰ ਸਿੰਘ ਨੇ ਜ਼ਿਕਰ ਕੀਤਾ। ਅਬਦਾਲ ਉੱਥੋਂ ਦਾ ਇੱਕ ਫਿਰਕਾ ਸੀ ਕਹਿ ਲਵੋ, ਤੇ ਉਹ ਰੱਬੀ ਇਬਾਦਤ ਕਰਨ ਵਾਲੇ ਸਾਧੂ ਪੁਰਸ਼ ਸਨ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅਬਦਾਲਾਂ ਨੂੰ, ਉਹਨਾਂ ਫਕੀਰਾਂ ਨੂੰ ਵੇਖਿਆ ਤੇ ਕੋਲ ਚਲੇ ਗਏ। ਰੱਬੀ ਧਰਮ ਦੀ ਚਰਚਾ ਹੋਈ, ਵਿਚਾਰਾਂ ਹੋਈਆਂ, ਤੇ ਸਾਹਿਬ ਨੂੰ ਜਦੋਂ ਪਤਾ ਲੱਗਿਆ ਨਾ ਵੀ ਇਹਨਾਂ ਤੇ ਪ੍ਰਸ਼ਾਦ ਪਾਣੀ ਨਹੀਂ ਛਕਿਆ, ਭੁੱਖੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ 20 ਰੁਪਈਆਂ ਦਾ ਪ੍ਰਸ਼ਾਦ ਪਾਣੀ ਪਦਾਰਥ ਲਿਆ ਕੇ, ਕੁਝ ਰਸਤ ਆਦਿਕ ਲਿਆ ਕੇ, ਤੇ ਉਹਨਾਂ ਅਬਦਾਲ, ਉਹਨਾਂ ਫਕੀਰ ਲੋਕਾਂ ਨੂੰ ਭੋਜਨ ਪ੍ਰਸ਼ਾਦ ਛਕਾ ਦਿੱਤਾ। ਜਦੋਂ ਪ੍ਰਸ਼ਾਦਾ ਛਕਾ ਕੇ ਵਾਪਸ ਪਰਤਦੇ ਆ ਤੇ ਮਹਿਤਾ ਕਾਲੂ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ, ਬਹੁਤ ਸਖਤ ਨਾਰਾਜ਼ ਹੋਏ, ਬਹੁਤ ਸਖਤ ਨਾਰਾਜ਼ ਹੋਏ। ਇਤਿਹਾਸ ਵਿੱਚ ਜ਼ਿਕਰ ਆਉਂਦੇ ਵੀ ਗੁਰੂ ਨਾਨਕ ਸਾਹਿਬ ਨੂੰ ਚਪੇੜ ਤੱਕ ਮਾਰ ਕੇ ਸ਼ਬਦ ਆਖੇ ਸਨ, ਤੂੰ ਮੇਰਾ ਘਰ ਦਿਨੋਂ ਦਿਨ ਲੁਟਾਈ ਜਾ ਰਹੇ ਹੈ। ਲੋਕ ਆਪਣੇ ਘਰ ਲੁੱਟ ਕੇ ਭਰਦੇ ਹੈ, ਅਕਸਰ ਲੋਕੀ ਅਜਿਹੇ ਵੀ ਹੁੰਦੇ ਨੇ, ਤੂੰ ਆਪਣੀ ਕਿਰਤ ਕਰਨ ਦੀ ਬਜਾਏ ਤੂੰ ਤੇ ਲੁਟਾਈ ਜਾ ਰਹੇ ਹੈ। ਤੇ ਬਹੁਤ ਸਖਤ ਸ਼ਬਦ ਵਰਤੇ। ਗੁਰੂ ਨਾਨਕ ਸਾਹਿਬ ਨੇ ਇੱਕ ਹੀ ਬਚਨ ਆਖਿਆ ਸੀ, ਕਹਿਣ ਲੱਗੇ, ਪਿਤਾ ਜੀ ਤੁਸੀਂ ਸ਼ਬਦ ਵਰਤੇ ਸਨ ਵੀ ਕੋਈ ਨਫੇ ਦਾ ਵਪਾਰ ਕਰੀ, ਤੇ ਮੈਨੂੰ ਸਭ ਤੋਂ ਚੰਗਾ ਲਾਹਾ ਇਸੇ ਵਿੱਚ ਹੀ ਲੱਗਿਆ, ਕਿਸੇ ਨੂੰ ਭੁੱਖੇ ਨੂੰ ਭੋਜਨ ਪ੍ਰਸ਼ਾਦ ਛਕਾ ਦੇਣਾ। ਹੁਣ ਮਹਿਤਾ ਕਾਲੂ ਜੀ ਜਦੋਂ ਬਹੁਤ ਨਾਰਾਜ਼ ਹੋਏ ਤੇ ਜਿਹੜਾ ਰਾਏ ਬੁਲਾਰ ਸੀ ਨਾ, ਇਹਨੂੰ ਪਤਾ ਲੱਗਿਆ। ਰਾਏ ਬੁਲਾਰ ਸ਼ਰਧਾਲੂ ਸੀ। ਉਸ ਦਿਨ ਰਾਏ ਬੁਲਾਰ ਨੇ ਬੁਲਾ ਕੇ ਇੱਕ ਸ਼ਬਦ ਆਖਿਆ ਸੀ, ਕਹਿਣ ਲੱਗੇ, ਮਹਿਤਾ ਤੂੰ ਆਪਣੇ ਪੁੱਤਰ ਨੂੰ ਪੁੱਤਰ ਜਾਣ ਕੇ ਨਾ ਸਮਝ, ਇਹ ਰੱਬੀ ਬਖਸ਼ਿਸ਼ ਵਾਲਾ ਹੈ। ਹਾਂ, ਜੇ ਤੈਨੂੰ ਲੱਗਦਾ ਵੀ ਤੇਰੇ ਘਰ ਵਿੱਚੋਂ ਕੁਝ ਬਾਹਰ ਵੰਡ ਆਉਂਦਾ, ਤੂੰ ਗੁਰੂ ਨਾਨਕ ਸਾਹਿਬ ਨੂੰ ਨਾਰਾਜ਼ ਨਾ ਹੋਇਆ ਕਰ। ਤੂੰ ਮੇਰੇ ਕੋਲ ਆ ਕੇ ਖਜ਼ਾਨੇ ਵਿੱਚੋਂ ਲੈ ਜਾ ਕਰ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਜੇ ਤੈਨੂੰ ਲੱਗਦਾ ਵੀ ਤੇਰੇ ਘਰ ਵਿੱਚੋਂ ਕੁਝ ਵੰਡ ਆਉਂਦਾ, ਤੂੰ ਮੇਰੇ ਕੋਲ ਆ ਕੇ, ਰਾਏ ਬੁਲਾਰ ਹਾਕਮ ਕਹਿ ਰਿਹਾ ਮਹਿਤਾ ਕਾਲੂ ਜੀ ਨੂੰ, ਤੂੰ ਮੇਰੇ ਕੋਲੋਂ ਆ ਕੇ ਖਜ਼ਾਨੇ ਵਿੱਚੋਂ ਲੈ ਜਾਇਆ ਕਰ, ਪਰ ਤੂੰ ਗੁਰੂ ਨਾਨਕ ਸਾਹਿਬ ਨੂੰ ਨਾਰਾਜ਼ ਨਾ ਹੋਇਆ ਕਰ। ਤੈਨੂੰ ਨਹੀਂ ਪਤਾ ਇਹ ਗੁਰੂ ਨਾਨਕ ਸਾਹਿਬ ਦਾ ਕਰਕੇ ਤਲਵੰਡੀ ਵਸਦੀ ਹੈ, ਇਹਦੇ ਕਾਰਨ ਹੀ ਵਸਦੀ ਹੈ। ਇੱਕ ਬੇਨਤੀ ਕਹਿ ਕੇ ਫਤਿਹ ਬੁਲਾਵਾਂ। ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇਹ ਤਲਵੰਡੀ ਦੀ ਧਰਤੀ ਹੈ। ਤੁਹਾਨੂੰ ਚੇਤਾ ਵੀ ਰਹੇ, ਮੈਂ ਥੋੜ੍ਹੀ ਜਿਹੀ ਬੇਨਤੀ ਕਹਿ ਦਿਆਂ, 32 ਵਰ੍ਹੇ ਦਾ ਸਮਾਂ, 32 ਸਾਲ ਦਾ ਸਮਾਂ ਗੁਰੂ ਨਾਨਕ ਸਾਹਿਬ ਦਾ ਰਾਏ ਭੋਇੰ ਦੀ ਤਲਵੰਡੀ ਤੇ ਬਤੀਤ ਹੁੰਦਾ ਹੈ। ਇਹ ਗੱਲ ਚੇਤਾ ਰੱਖਣ ਵਾਲੀ ਹੈ। 70 ਸਾਲ ਦੀ ਆਰਤ ਹੈ ਗੁਰੂ ਨਾਨਕ ਸਾਹਿਬ ਦੀ, 70 ਸਾਲ ਤੋਂ 4 ਮਹੀਨੇ ਉੱਪਰ, 32 ਸਾਲ ਦਾ ਸਮਾਂ ਇੱਥੇ ਗੁਜ਼ਾਰਦੇ ਹੈ ਮਹਾਰਾਜ। ਜੇ ਅਖੀਰਲਾ ਸਮਾਂ ਕਰਤਾਰਪੁਰ ਸਾਹਿਬ ਹੈ ਤੇ ਅਰੰਭਲਾ ਫਿਰ ਰਾਏ ਭੋਇੰ ਦੀ ਤਲਵੰਡੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਕ ਦਿਨ ਇਕਾਂਤ ਵਿੱਚ ਬੈਠੇ ਹੈ, ਰੱਬੀ ਬੰਦਗੀ ਵਿੱਚ ਜੁੜੇ ਹੋਏ ਨੇ, ਤੇ ਹਜ਼ੂਰ ਦੇ ਕੰਨਾਂ ਵਿੱਚ ਬਹੁਤ ਮਿੱਠੀ ਆਵਾਜ਼ ਸੰਗੀਤ ਦੀ ਕੋਈ ਰਬਾਬ ਵਜਾ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਕੰਨਾਂ ਵਿੱਚ ਆਵਾਜ਼ ਪਈ। ਸਤਿਗੁਰੂ ਪਾਤਸ਼ਾਹ ਨੇ ਨੇਤਰ ਖੋਲ ਕੇ ਵੇਖਿਆ ਤੇ ਸਾਹਮਣੇ ਇੱਕ ਕਿਸੇ ਦੇ ਬੂਹੇ ਤੇ ਖਲੋ ਕੇ ਕੁਝ ਸਿਫਤਾਂ ਦੇ ਬੋਲ ਗਾ ਕੇ ਸੰਗੀਤ ਵਜਾ ਰਿਹਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਕੋਲ ਬੁਲਾਇਆ, ਕੁਝ ਕਦਮ ਚੱਲ ਕੇ ਗਏ, ਇੱਕ ਗੱਲ ਪੁੱਛੀ, ਕਹਿਣ ਲੱਗੀ, ਤੇਰਾ ਨਾਮ ਕੀ ਹੈ? ਉਹਨੇ ਅੱਗੋਂ ਸ਼ਬਦ ਵਰਤੇ, ਮੇਰਾ ਨਾਮ ਭਾਈ ਦਾਨਾ ਹੈ। ਮੈਨੂੰ ਲੋਕ ਮਰਾਸੀ ਡੂਮ ਕਹਿ ਕੇ ਪੁਕਾਰਦੇ ਹੈ। ਕਰਮ ਕੀ ਕਰਨਾ?
ਕਰਮ ਉਹਨੇ ਕੀ ਆਖਿਆ? ਕਹਿ ਲੱਗਿਆ ਮੈਂ ਮਰਾਸੀ ਵਾਂ, ਮੈਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਸਿਫਤ ਕਰਕੇ ਆ ਰਬਾਬ ਵਜਾ ਕੇ, ਤੇ ਜਦੋਂ ਲੋਕਾਂ ਦੇ ਘਰਾਂ ਵਿੱਚ ਸਿਫਤ ਕਰਨੇ ਲੋਕ ਮੈਨੂੰ ਮਾਇਆ ਦਿੰਦੇ ਆ, ਪਦਾਰਥ ਦਿੰਦੇ ਆ, ਮੇਰਾ ਗੁਜ਼ਰਾਨ ਹੁੰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਵਰਤਿਆ ਸੀ, ਕਹਿਣ ਲੱਗੇ ਦਾਨਿਆ ਤੂੰ ਸੱਚਮੁੱਚ ਹੀ ਬੜਿਆਂ ਨੂੰ ਦਾਨ ਦੇ ਸਕਣਾ, ਪਰ ਤੈਨੂੰ ਇੱਕ ਕੰਮ ਕਰਨਾ ਪਏਗਾ, ਆ ਤੂੰ ਮੇਰਾ ਸਾਥ ਦੇ, ਤੂੰ ਮੇਰੇ ਨਾਲ ਤੁਰ, ਅੱਜ ਤੋਂ ਬਾਅਦ ਤੇਰਾ ਨਾਮ ਦਾਨਾ ਨਹੀਂ, ਤੂੰ ਲੋਕਾਂ ਦੀ ਸਿਫਤ ਨਹੀਂ ਕਰੇਗਾ, ਅੱਜ ਤੋਂ ਬਾਅਦ ਤੂੰ ਤੇ ਮੈਂ ਦੋਨੋਂ ਰਲ ਕੇ ਉਸ ਕਰਤਾਰ ਦੀ ਪਰਮਾਤਮਾ ਦੀ ਸਿਫਤ ਕਰਾਂਗੇ। ਜਦੋਂ ਰੱਬ ਦੀ ਸਿਫਤ ਕਰਾਂਗੇ ਤੂੰ ਦਾਨਾ ਨਹੀਂ, ਸੱਚ ਜਾਣੀ ਮਰ ਚੁੱਕਿਆਂ ਨੂੰ ਦਾਨ ਦੇਣ ਵਾਲਾ ਤੂੰ ਮਰਦਾਨਾ ਬਣ ਜਾਏਗਾ। ਯਾਦ ਰੱਖੋ ਤਲਵੰਡੀ ਦੀ ਧਰਤੀ ਦਾ ਰਹਿਣ ਵਾਲੇ ਬਾਬਾ ਮਰਦਾਨਾ ਸਾਹਿਬ ਹੈ, ਤੇ ਤਲਵੰਡੀ ਦੀ ਧਰਤੀ ਤੇ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਾਬੇ ਮਰਦਾਨੇ ਨਾਲ ਮਿਲਾਪ ਹੋਇਆ, ਤੇ ਇੱਥੇ ਹਜ਼ੂਰ ਨੇ ਸ਼ਬਦ ਵਰਤੇ ਸਨ, ਕਹਿਣ ਲੱਗੇ ਮਰਦਾਨਿਆਂ ਅੱਜ ਤੱਕ ਤੈਨੂੰ ਅਮੀਰਾਂ ਦੀ ਘਰ ਦੀ ਸਿਫਤ ਕਰਕੇ ਗੁਜ਼ਰਾਨ ਮਿਲਦਾ ਸੀ, ਅੱਜ ਤੋਂ ਬਾਅਦ ਤੈਨੂੰ ਪਰਮਾਤਮਾ ਦੀ ਸਿਫਤ ਕਰਕੇ ਗੁਜ਼ਰਾਨ ਵੀ ਮਿਲੇਗਾ, ਤੈਨੂੰ ਭਗਵਾਨ ਵੀ ਮਿਲ ਜਾਏਗਾ। ਥੋੜੀ ਜਿਹੀ ਬੇਨਤੀ ਤੁਹਾਨੂੰ ਕਹਿ ਦਿਆਂ, 10 ਸਾਲ ਉਮਰ ਕਰਕੇ ਗੁਰੂ ਨਾਨਕ ਸਾਹਿਬ ਨਾਲੋਂ ਬਾਬਾ ਮਰਦਾਨਾ ਸਾਹਿਬ ਵੱਡੇ ਨੇ। 10 ਸਾਲ 50 ਸਾਲ ਦੇ ਕਰੀਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਬਾਬੇ ਮਰਦਾਨੇ ਸਾਹਿਬ ਨੇ ਰਬਾਬ ਵਜਾਈ ਹੈ। ਜਦੋਂ ਕਿਤੇ ਬਾਬਾ ਮਰਦਾਨਾ ਸਾਹਿਬ ਰਬਾਬ ਵਜਾਉਂਦੇ ਹੈ, ਗੁਰੂ ਨਾਨਕ ਸਾਹਿਬ ਗਾਉਂਦੇ ਹੈ, ਪਾਪੀ ਤੋਂ ਪਾਪੀ ਮਨੁੱਖ ਦਾ ਹਿਰਦਾ ਪਿਘਲ ਕੇ ਪਾਪਾਂ ਦਾ ਰਾਹ ਛੱਡ ਕੇ ਉਹ ਧਰਮ ਦੇ ਰਾਹ ਤੁਰ ਪੈਂਦਾ ਹੈ। ਚੇਤਾ ਰੱਖਿਓ ਬਾਬਾ ਮਰਦਾਨਾ ਸਾਹਿਬ ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਜਦੋਂ ਕਦੀ ਗੁਰੂ ਨਾਨਕ ਸਾਹਿਬ ਆਪਣੀ ਰਸਨਾ ਤੋਂ ਸ਼ਬਦ ਉਚਾਰਦੇ ਹੈ, ਸਭ ਤੋਂ ਪਹਿਲਾਂ ਜਿਹੜਾ ਭਾਵਨਾ ਨਾਲ ਉਹ ਸ਼ਬਦ ਨੂੰ ਸੁਣਦਾ ਉਹ ਬਾਬਾ ਮਰਦਾਨਾ ਸਾਹਿਬ ਹੈ। ਉਹ ਵੱਖਰਾ ਵਿਸ਼ਾ ਕਦੀ ਫੇਰ ਸਹੀ ਕਿ ਬਾਬਾ ਮਰਦਾਨਾ ਸਾਹਿਬ ਸੰਗੀਤ ਦੇ ਕਿੰਨੇ ਅਮੀਰ ਸਨ। ਤੁਸੀਂ ਇਤਿਹਾਸ ਕਦੀ ਪੜ੍ਹ ਕੇ ਵੇਖੋ, ਗੁਰੂ ਨਾਨਕ ਸਾਹਿਬ ਨੇ ਕਦੀ ਸ਼ਬਦ ਇਹ ਨਹੀਂ ਵਰਤਿਆ ਸੀ ਵੀ ਮਰਦਾਨਿਆਂ ਮੈਂ ਇਸ ਰਾਗ ਵਿੱਚ ਗਾਉਣ ਲੱਗੀ ਐ, ਮੈਂ ਹੁਣ ਧਨਾਸਰੀ ਵਿੱਚ ਗਾਉਣਾ, ਮੈਂ ਹੁਣ ਗੁਜਰੀ ਵਿੱਚ ਗਾਉਣਾ, ਮੈਂ ਸ੍ਰੀ ਰਾਗ ਵਿੱਚ ਸ਼ਬਦ ਪੜ੍ਹਨਾ। ਇਹ ਸ਼ਬਦ ਕਦੀ ਨਹੀਂ ਵਰਤਿਆ ਮਹਾਰਾਜ ਨੇ। ਸਤਿਗੁਰੂ ਇੰਨਾ ਹੀ ਸ਼ਬਦ ਵਰਤਦੇ ਸਨ, ਕਹਿਣ ਲੱਗੇ ਮਰਦਾਨਿਆਂ ਰਬਾਬ ਵਜਾ ਕਾਈ ਸਿਫਤ ਕਰੀਏ ਕਰਤਾਰ ਦੀ, ਤੂੰ ਰਬਾਬ ਵਜਾ ਕੋਈ ਰੱਬ ਦੀ ਸਿਫਤ ਕਰੀਏ। ਤੇ ਬਾਬਾ ਮਰਦਾਨਾ ਸਾਹਿਬ ਇੰਨਾ ਮਹਾਨ ਸੀ, ਉਹਨੂੰ ਪਹਿਲਾਂ ਹੀ ਪਤਾ ਹੁੰਦਾ ਸੀ ਮੇਰੇ ਬਾਬੇ ਨੇ ਇਸ ਰਾਗ ਵਿੱਚ ਗਾਉਣਾ, ਉਹ ਪਹਿਲਾਂ ਹੀ ਉਸ ਰਾਗ ਦੀਆਂ ਸੁਰਾਂ ਲਾ ਦਿੰਦਾ ਸੀ। ਉਹ ਇੰਨਾ ਮਹਾਨ ਸੀ। ਬਾਬੇ ਮਰਦਾਨੇ ਸਾਹਿਬ ਦਾ ਮਿਲਾਪ ਵੀ ਰਾਏ ਭੋਇੰ ਦੀ ਤਲਵੰਡੀ ਤੇ ਗੁਰੂ ਨਾਨਕ ਸਾਹਿਬ ਨਾਲ ਹੁੰਦਾ। ਅਗਲੀ ਲੜੀ ਆਪਾਂ ਕੱਲ ਰੋਜ਼ ਵਿਚਾਰਾਂਗੇ। ਸਤਿਗੁਰੂ ਰਹਿਮਤ ਕਰੇ, ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਆਪਾਂ ਜੁੜਦੇ ਹਾਂ। ਤੁਹਾਡਾ ਤੇ ਮੇਰਾ ਇਹ ਸਭ ਦਾ ਸਮਾਂ ਸਫਲ ਹੁੰਦਾ ਹੈ। ਸਾਨੂੰ ਸਭਨਾਂ ਨੂੰ ਸਾਹਿਬ ਚਰਨਾਂ ਵਿੱਚ ਜੋੜ ਕੇ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।